ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਨਾ ਸਾਕੋ। ਤੂੰ ਠਾਕੁਰ ਊਚ ਭਗਵਾਨਾ, ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਤੇਰੇ ਭਗਤ ਸੋਹੈ ਸਾਚੈ ਦਰਬਾਰੇ, ਗੁਰ ਕੈ ਸ਼ਬਦ ਨਾਮ ਸਵਾਰੇ। ਤੇਰੇ ਭਗਤ ਸੋਹੈ ਸਾਚੈ ਦਰਬਾਰੇ, ਗੁਰ ਕੈ ਸ਼ਬਦ ਨਾਮ ਸਵਾਰੇ। ਸਦਾ ਆਨੰਦ ਰਹੈ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ। ਹਉ ਵਾਰੀ ਜਿਉ ਵਾਰੀ, ਨਾਮ ਸੁਣ ਮਨ ਵਸਾਵਣਿਆ। ਹਰਿ ਜੀਉ ਸੱਚਾ ਊਚੋ ਊਚਾ, ਹਉ ਮੈਂ ਮਾਰ ਮਿਲਾਵਣਿਆ। ਰਹਾਉ ਹਰਿ ਜੀਉ ਸਾਚਾ ਸਾਚੀ ਨਾਈ, ਗੁਰ ਪ੍ਰਸਾਦੀ ਕਿਸੈ ਮਿਲਾਈ। ਗੁਰ ਸ਼ਬਦ ਮਿਲਹਿ ਸੇ ਵਿਛੁੜੈ ਨਾਹੀ, ਸਹਜੇ ਸੱਚ ਸਮਾਵਣਿਆ। ਤੁਝ ਤੇ ਬਾਹਰ ਕਛੂ ਨ ਹੋਏ, ਤੂੰ ਕਰ ਕਰ ਵੇਖੈ ਜਾਣੈ ਸੋਏ। ਆਪੇ ਕਰੇ ਕਰਾਏ ਕਰਤਾ, ਗੁਰਮਤਿ ਆਪ ਮਿਲਾਵਣਿਆ। ਕਾਮਣ ਗੁਣਵੰਤੀ ਹਰਿ ਪਾਏ, ਪਹਿ ਪਾਏ ਸ਼ਿੰਗਾਰ ਬਣਾਏ। ਸਤਿਗੁਰ ਸੇਵ ਸਦਾ ਸੁਹਾਗਣ, ਸਚ ਉਪਦੇਸ ਸਮਾਵਣਿਆ। ਸ਼ਬਦ ਵਿਸਾਰਨ ਤਿਨਾ ਠਾਉਰ ਨਾ ਠਾਉ, ਭ੍ਰਮ ਭੂਲੇ ਜਿਉ ਸੁਣੈ ਕਰ ਕਾਉ। ਹਲਤ ਪਲਤ ਤਿਨੀ ਦੋਵੇਂ ਗਵਾਏ, ਦੁਖੇ ਦੁਖ ਵਿਹਾਵਣਿਆ। ਲਿਖਦਿਆਂ ਲਿਖਦਿਆਂ ਕਾਗਦ ਮਸ ਹੋਈ, ਦੂਜੈ ਪਾਏ ਸੁਖ ਪਾਏ ਨਾ ਕੋਈ। ਕੂੜ ਲਿਖੈ ਤੈ ਕੂੜ ਕਮਾਵੈ, ਜਲ ਜਾਵਹਿ ਕੂੜ ਚਿਤ ਲਾਵਣਿਆ। ਗੁਰਮੁਖ ਸੱਚੋ ਸੱਚ ਲਿਖੈ ਵਿਚਾਰ, ਸੇ ਜਨ ਸੱਚੇ ਪਾਵਹਿ ਮੋਖ ਦੁਆਰ। ਸਚ ਕਾਗਦ ਕਲਮ ਮਸਵਾਣੀ, ਸਚ ਲਿਖ ਸਚ ਸਮਾਵਣਿਆ। ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
जुगह जुग अटल शब्द सतगुरु धन धन गुरु ग्रंथ साहिब जी। गुरु पातशाह जी की अजीम अपार बख्शिश टल दी शाम असी सत्संगत मान रहे हैं। अजे हुणे आप गुरबाणी कीर्तन सरवण कर रहे सी, उपरंत गुर शब्द का पाठ आप जी ने ਸਰੋਤ किया है। ये पावन बचन माझ राग विचों गुरु अमरदास महाराज जी की नवाजिश है। अष्टपदियां का गुरवाक है। लड़ीवार बाणी व्याख्यान विच असीं इहदी व्याख्या कर रहे हैं। आप जी ने अजे बहुत शुरुआती बंद भाव पहला पदा रहाओ दे पदे सहित बाविस्तार व्याख्या विच सरवण कीता है। अज यतन करांगे अगलेरे जिन्ने क बंद विचारे गए असीं उन्हां नूं विचारण दा, उन्हां दी डिस्कशनस दे नाल अपने आप नूं जोड़ सकण दा यतन करांगे। सो विचार दा आगाज़ एक नज़र पाउंदियां होयां रहाओ दे बंद ते गुरु अमरदास साहब जिक्र कर रहे सी, हऊँ वारी जियों वारी नाम सुन मन वसावणिया। एक ईडियम आ ਜਿਹਨੂੰ ਅਸੀਂ ਮੁਹਾਵਰਾ ਕਹਿੰਦੇ ਹਾਂ। ਜਦੋਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਕਿ ਮੈਂ ਤੇਰੇ ਤੋਂ ਆਪਣੀ ਜਾਨ ਵਾਰਦਾ, ਕੁਰਬਾਨ ਜਾਨਾ, ਮੀਨ ਅਸੀਂ ਕਿਸੇ ਨੂੰ ਬਹੁਤ ਹਾਈਐਸਟ ਰਿਗਾਰਡ ਪੇ ਕਰਦੇ ਹਾਂ, ਬੜਾ ਹਾਈਐਸਟ ਰਿਸਪੈਕਟ ਪੇ ਕਰਦੇ ਹਾਂ। ਉਹਨੂੰ ਅਸੀਂ ਇਵੈਲੂਏਟ ਉਸ ਲੈਵਲ 'ਤੇ ਉਹਨੂੰ ਅਸੀਂ ਵੈਲਿਊ ਕਰਦੇ ਹਾਂ ਕਿ ਉਹ ਬਹੁਤ ਸਾਡੇ ਵਾਸਤੇ ਵੈਲਿਊ ਰੱਖਦਾ ਆ। ਮਹਾਰਾਜ ਬਿਆਨ ਕਰਦੇ, ਜਿਨ੍ਹਾਂ ਨੇ ਨਾਮ ਨੂੰ ਸੁਣਿਆ, ਸੁਣ ਕੇ ਮੰਨਿਆ, ਜੀਵਨ ਵਿੱਚ ਅਪਣਾ ਲਿਆ, ਜਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਦੀ ਸਿਫਤ ਸਲਾਹ ਸੁਣਦੇ, ਸੁਣ ਕੇ ਉਹਨੂੰ ਮੈਨੀਫੈਸਟ ਕਰਦੇ, ਉਹਨੂੰ ਉਸ ਲੈਵਲ 'ਤੇ ਆਪਣੇ ਜੀਵਨ ਦਾ ਰੂਪ ਬਣਾਉਂਦੇ, ਮੈਂ ਉਹਨਾਂ ਤੋਂ ਕੁਰਬਾਨ ਜਾਨਾ। ਹਰ ਜੀਓ ਸੱਚਾ ਊਚੋ ਊਚਾ ਹਉਮੈ ਮਾਰ ਮਿਲਾਵਣਿਆ। ਕਿਉਂਕਿ ਜਿਹੜਾ ਹਰੀ ਹੈ ਉਹ ਅਸਲ ਹੈ, ਰੀਅਲ ਹੈ, ਅਲਟੀਮੇਟ ਰਿਐਲਿਟੀ ਤੇ ਉਹੀ ਹੈ। ਊਚੋ ਊਚਾ ਬੜਾ ਸੁਪੀਰੀਅਰ ਤੇ ਆਲਮਾਈਟੀ ਹੈ, ਬੜੀ ਵੱਡੀ ਹਸਤੀ ਦਾ ਮਾਲਕ ਹੈ। ਇਹੋ ਜਿਹੇ ਉਸ ਸੁਪੀਰੀਅਰ, ਉਸ ਰੀਅਲ ਦੇ ਨਾਲ ਜੁੜਨ ਵਾਸਤੇ ਹਉਮੈ ਮਾਰ, ਜਿਹੜਾ ਬੰਦਾ ਆਪਣੀ ਹਸਤੀ ਨੂੰ ਜਜ਼ਬ ਕਰ ਦਿੰਦਾ ਉਸ ਵੱਡੇ ਦੇ ਹੁਕਮ ਵਿੱਚ, ਆਪਣੇ ਆਪ ਨੂੰ ਮਿਟਾ ਦਿੰਦਾ ਹੈ, ਆਪਣੇ ਆਪ ਨੂੰ ਉਸ ਲੈਵਲ 'ਤੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅੰਦਰ ਤੋਰ ਲੈਂਦਾ ਆ। ਸਭ ਜ਼ਿਕਰ ਕਰਦੇ ਉਹੀ ਅਸਲ ਵਿੱਚ ਮਿਲ ਜਾਂਦਾ, ਉਹ ਅਸਲ ਵਿੱਚ ਸੁਣਨ ਮੰਨਣ ਦੇ ਕਾਬਲ ਬਣ ਜਾਂਦਾ ਹੈ। ਇਹ ਰਹਾਉ ਦਾ ਪਦਾ ਆ। 2 ਨੰਬਰ ਬੰਦ ਤੋਂ ਅੱਗੇ ਵਿਚਾਰ ਲਿਜਾ ਰਹੇ ਹਾਂ। ਹਰ ਜੀਓ ਸਾਚਾ ਸਾਚੀ ਨਾਈ, ਗੁਰ ਪ੍ਰਸਾਦੀ ਕਿਸੈ ਮਿਲਾਈ। ਹਰੀ ਸੱਚਾ ਆ ਤੇ ਉਸ ਸੱਚੇ ਦੀ ਸਾਚੀ ਨਾਈ, ਨਾਈ ਦਾ ਮਤਲਬ ਇੱਥੇ ਉਹਦਾ ਨਾਮ, ਉਹਦੀ ਵਡਿਆਈ ਹੈ। ਗੁਰਬਾਣੀ ਦੇ ਵਿੱਚ ਨਾਈ ਸ਼ਬਦ ਬਹੁ ਅਰਥੀ ਹੈ। ਕਿਤੇ ਨਾਹੀ ਨਹਾਣ ਨਾਲ ਜ਼ਿਕਰ ਆਉਂਦਾ ਇਹਦਾ, ਕਿਤੇ ਨਾਈ ਨਿਆਂ ਨਾਲ ਜ਼ਿਕਰ ਆਉਂਦਾ, ਜਸਟਿਸ ਦੇ ਨਾਲ, ਕਿਤੇ ਨਾਈ ਵਡਿਆਈ, ਜਿਵੇਂ ਇੱਥੇ ਬਾਤ ਆ ਰਹੀ ਹੈ। ਸਭ ਬਿਆਨ ਕਰਦੇ ਹਰ ਜੀਓ ਸਾਚਾ ਸਾਚੀ ਨਾਈ। ਰੱਬ ਸੱਚਾ ਆ, ਅਕਾਲ ਪੁਰਖ ਵਾਹਿਗੁਰੂ ਸੱਚਾ ਆ, ਉਹਦੀ ਵਡਿਆਈ ਵੀ ਸੱਚੀ ਹੈ, ਉਹਦੀ ਸਤੁਤੀ ਵੀ ਸੱਚੀ ਹੈ। ਹੁਣ ਇਸ ਨੂੰ ਬੰਦਾ ਕਹੇਗਾ ਕਿ ਇਹਦਾ ਮਾਇਨਾ ਕੀ ਬਣਦਾ ਆ। ਐਕਚੁਅਲ ਲੈਵਲ 'ਤੇ ਅਸੀਂ ਸਮਾਜਾਂ ਸੰਸਾਰ ਵਿੱਚ ਵਿਚਰਦੇ ਹੋਏ ਵੇਖਦੇ ਹਾਂ, ਬੰਦਾ ਆਪਣੀ ਵਡਿਆਈ ਲੱਭ ਰਿਹਾ, ਆਪਣੀ ਵੱਡੋਂ ਲੱਭ ਰਿਹਾ, ਆਪਣੀ ਜੈ ਜੈਕਾਰ ਲੱਭ ਰਿਹਾ, ਅਤੇ ਇਹੀ ਅਹਿਸਾਸ ਆ ਕਿ ਜਿੱਥੇ ਵੀ ਮੈਂ ਹੈਗਾ, ਮੇਰੀ ਹੋਂਦ, ਮੇਰੀ ਐਗਜ਼ਿਸਟੈਂਸ ਜਿਹੜੀ ਹੈ ਉਹ ਸਾਰਿਆਂ ਤੋਂ ਡਿਫਰੈਂਟ ਅਤੇ ਸਾਰਿਆਂ ਤੋਂ ਸੁਪੀਰੀਅਰ ਹੋਏ। ਘਰ ਵਿੱਚ ਦੇਖੋ 4 ਸਿਬਲਿੰਗ ਨੇ, ਚਾਰਾਂ ਦੇ ਵਿੱਚ ਅਟੈਂਸ਼ਨ ਬਾਏ ਕਰਨ ਦਾ ਤਰੀਕਾ ਆਪੋ ਆਪਣਾ ਹੋਏਗਾ। ਹਰ ਇੱਕ ਸੋਚੇਗਾ ਮੈਂ ਜ਼ਿਆਦਾ ਅਟੈਂਸ਼ਨ ਬਾਏ ਕਰ ਲਵਾਂ। ਆਈ ਰੀਅਲੀ ਵਾਂਟ ਟੂ ਟੈਲ ਅਦਰਸ ਆਈ ਐਮ ਅਵੇ ਇੰਪੋਰਟੈਂਟ ਕੰਪੇਅਰ ਟੂ ਯੂ, ਕੰਪੇਅਰ ਟੂ ਅਦਰਸ। ਇਹ ਜਿਹੜੀ ਹਾਲਤ ਆ, ਇਹ ਪਰਿਵਾਰਾਂ, ਸਮਾਜਾਂ, ਹਰ ਲੈਵਲ 'ਤੇ ਚੱਲਦੀ ਹੈ। ਜੇ ਆਪਾਂ ਅੱਜ ਪੰਜਾਬ ਦੀ ਫਿਜ਼ਾ ਵਿੱਚ ਗੱਲ ਕਰਦੇ ਹਾਂ ਅਤੇ ਉੱਥੇ ਘਮਾਸਾਨ ਮੱਚਿਆ ਆ, ਕਿਰਸਾਨੀ ਕਰਕੇ ਉਹ ਸਭ ਜੋ ਕਾਨੂੰਨ ਬਣ ਰਹੇ ਨੇ ਉਹਦੇ ਖਿਲਾਫ ਲੋਕ ਐਜੀਟੇਸ਼ਨ ਕਰ ਰਹੇ ਨੇ। ਸਭ
ਪਰ ਜੇ ਦੇਖਿਆ ਜਾਏ ਜਿਹੜੇ ਲੋਕ ਲੀਡਰਸ਼ਿਪ ਵਿੱਚ ਆ ਰਹੇ ਉਹ ਸਾਰੇ ਆਰ ਦੇ ਵੈਰੀ ਓਨੈਸਟ? ਨੋ ਵੇ। ਜੇ ਉਹ ਇਸ ਤਰੀਕੇ ਨਾਲ ਓਨੈਸਟ ਹੁੰਦੇ ਤੇ ਆਹ ਹਾਲਤ ਇੱਥੋਂ ਤੱਕ ਬਣਦੀ। ਜਿਵੇਂ ਅਜੇ ਵੀ ਕੁਝ ਹੈਗੇ ਇਹੋ ਜਿਹੇ ਜਿਹੜੇ ਕਹਿ ਰਹੇ ਨੇ ਕਿ ਨੋ ਸਾਡੇ ਤੇ ਸ਼ੱਕ ਨਾ ਕਰੋ, ਅਸੀਂ ਤੇ ਬਿਲਕੁਲ ਇਹਨਾਂ ਲੋਕਾਂ ਵਾਸਤੇ ਹੀ ਬਣੇ, ਅਸੀਂ ਤੇ ਕੁਰਸੀਆਂ ਦੀ ਵੀ ਪਰਵਾਹ ਨਹੀਂ ਕਰਦੇ। ਇਹਦੇ ਉੱਤੇ ਮੈਨੂੰ ਰਵਿੰਦਰ ਮਸਰੂਰ ਜੀ ਦਾ ਉਹ ਸ਼ੇਰ ਯਾਦ ਆਉਂਦਾ ਹੈ, ਜਿਹੜੇ ਉਹ ਬੜੇ ਆਲਮੀ ਸਾਡੇ ਲਿਖਾਰੀ ਨੇ। ਦਿਲ ਪੀੜ ਤੋਂ ਲੁਕਾ ਕੇ ਨੈਣੀ, ਛੁਪਾ ਕੇ ਪਾਣੀ, ਗੁਜਰੀ ਦੇ ਪੋਤਿਆਂ ਦੀ ਸੁਣਿਓ ਜਰਾ ਕਹਾਣੀ। ਉਹ ਸ਼ਾਇਰ ਰਵਿੰਦਰ ਮਸਰੂਰ, ਉਹ ਜਦੋਂ ਇਹਨਾਂ ਦੀ ਸਾਰੀ ਹਰਕਤ ਨੂੰ ਦੇਖਦਾ ਤਾਂ ਉਹ ਲਿਖਦਾ ਹੈ, ਕਹਿੰਦਾ ਵੀ ਇਹ ਕੁਰਸੀਆਂ ਵਾਲੇ ਘਰ ਜਿਨ੍ਹਾਂ ਦਾ ਪੁੱਤ ਵੀ ਕੁਰਸੀ ਤੇ, ਪਿਓ ਵੀ ਕੁਰਸੀ ਤੇ, ਨੂੰਹ ਵੀ ਕੁਰਸੀ ਤੇ, ਜਵਾਈ ਵੀ ਕੁਰਸੀ ਤੇ, ਧੀ ਵੀ, ਸਾਰਾ ਹੀ ਕੋੜਮਾ ਉੱਪਰ ਤੋਂ ਲੈ ਕੇ ਥੱਲੇ ਤੱਕ ਕੁਰਸੀਆਂ ਸਾਰੀਆਂ ਇੱਕੋ ਘਰ 'ਚ ਹੀ ਲੱਗ ਗਈਆਂ। ਮੇਨ ਸਿਆਸਤ ਸਾਰੀ ਇੱਕੋ ਜਗ੍ਹਾ ਤੇ ਇਕੱਠੀ ਕਰ ਲਈ। ਤੇ ਫਿਰ ਉਹ ਰੋ ਰੋ ਕੇ ਕਹਿੰਦੇ ਨੋ ਤੁਸੀਂ ਸਾਨੂੰ ਨਹੀਂ ਜਾਣਦੇ, ਸਾਡਾ ਤੇ ਦਿਲ ਹੀ ਇਹਨਾਂ ਵਾਸਤੇ ਧੜਕਦਾ ਆ, ਪੰਜਾਬੀਆਂ ਵਾਸਤੇ, ਪੰਜਾਬ ਵਾਸਤੇ। ਅਸੀਂ ਤੇ ਇਹਨਾਂ ਵਾਸਤੇ ਜਿਉਂਦੇ ਹਾਂ ਤੇ ਇਹਨਾਂ ਵਾਸਤੇ ਜਾਗਦੇ ਹਾਂ ਤੇ ਸੌਂਦੇ ਹਾਂ ਤੇ ਸਭ ਕਰਦੇ ਹੈਗੇ। ਉਹ ਕਹਿੰਦਾ ਕੁਰਸੀਆਂ ਵਾਲਿਆਂ ਘਰਾਂ ਦੀ ਨੀਤ ਜੇ ਖੋਟੀ ਨਹੀਂ, ਉਹ ਕਹਿੰਦੇ ਸਾਡੀ ਨੀਅਤ ਤੇ ਸ਼ੱਕ ਨਾ ਕਰੋ ਤੁਸੀਂ, ਸਾਡੀ ਨੀਅਤ ਬਹੁਤ ਸਾਫ਼ ਪਾਕ ਸਾਫ਼ ਹੈ। ਕੁਰਸੀਆਂ ਵਾਲਿਆਂ ਘਰਾਂ ਦੀ ਨੀਤ ਜੇ ਖੋਟੀ ਨਹੀਂ, ਪਿੰਡ ਦੇ ਪਿੰਡੇ ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ। ਮੇਰੇ ਪਿੰਡ ਕਿਉਂ ਉਜੜ ਗਏ, ਫਿਰ ਉਹਨਾਂ ਦੇ ਪਿੰਡਿਆਂ ਤੇ ਮਾਸ ਦੀ ਬੋਟੀ ਕਿਉਂ ਨਹੀਂ ਨਜ਼ਰ ਪੈਂਦੀ। ਇਹ ਸਾਰੇ ਹਾਲਾਤ ਕਿਉਂ ਬਣ ਗਏ ਜੇ ਇਹ ਸਭ ਬੜੇ ਇਮਾਨਦਾਰ ਹੁੰਦੇ, ਬੜੇ ਓਨੈਸਟ ਹੁੰਦੇ ਥੇ। then why these people are actually now with hesitation and they are trying to tell yes we are also against whatever actually central government is promoting or supporting and we are totally against। ਇਹ ਸਭ ਗੱਲਾਂ ਕਿਉਂ ਕਰਦੇ? ਇਸ ਕਰਕੇ ਸਾਡੀ ਵਡਿਆਈ ਹੋਏ, ਅਸੀਂ ਇਹਦੇ 'ਚੋਂ ਆਪਣਾ ਲਾਲਚ ਪੂਰਾ ਕਰ ਲਈਏ, ਆਪਣੇ ਇੰਟਰਸਟ ਅਸੀਂ ਫੁੱਲਫਿਲ ਕਰ ਲਈਏ। ਕਿਉਂਕਿ ਵੱਡੇ ਨੂੰ ਹੀ ਲੋਕ ਸਰਾਉਂਦੇ ਨੇ, ਵੱਡੇ ਦੇ ਮਗਰ ਤੁਰਦੇ ਨੇ, ਵੱਡੇ ਦੀ ਹੀ ਇੱਥੇ ਜੈ ਜੈਕਾਰ ਹੁੰਦੀ ਹੈ। ਸੋ ਵੱਡੇ ਬਣੋ, ਵੱਡੇ ਬਣੋ, ਭਾਵੇਂ ਚੀਚੀ ਨੂੰ ਖੂਨ ਲਾ ਕੇ ਬਣੋ, ਵੱਡੇ ਬਣੋ, ਹਿਪੋਕ੍ਰਿਟ ਬਣ ਕੇ ਬਣੋ, ਵਿਖਾਵੇ ਕਰਕੇ ਬਣੋ, ਝੂਠ ਬੋਲ ਕੇ ਬਣੋ। ਇਹ ਸਭ ਚੀਜ਼ਾਂ ਨੇ। ਗੁਰੂ ਬਾਬਾ ਜੀ ਨੇ ਕਿਹਾ ਜਿਹੜਾ ਬੰਦਾ ਭਗਤ ਬਣ ਗਿਆ, ਕਿਉਂਕਿ ਤੇ ਸ਼ੁਰੂਆਤ ਆ ਰਹੀ ਸੀ ਤੇਰੇ ਭਗਤ ਸੋ ਹੈ ਸਾਚਾ ਦਰਬਾਰੇ, ਉਹਨੇ ਅਹਿਸਾਸ ਕਰ ਲਿਆ। ਜਿਵੇਂ ਆਸਾ ਕੀ ਵਾਰ ਅਸੀਂ ਰੋਜ਼ ਪੜ੍ਹਦੇ ਹਾਂ, ਚੜ੍ਹਦੀ ਸਵੇਰ ਕੀਰਤਨ ਹੁੰਦਾ ਆ, ਤੇ ਮਹਾਰਾਜ ਗੱਲ ਇੱਥੇ ਮੁਕਾਉਂਦੇ ਨੇ ਕਿ ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਵੱਡਾ ਤੇ ਉਹੀ ਹੈ ਜਿਹਦੀਆਂ ਵਡਿਆਈਆਂ ਸਾਡੇ ਤੋਂ ਗਿਣੀਆਂ ਨਹੀਂ ਜਾ ਸਕਦੀਆਂ। ਜੇ ਕੋਈ ਸਾਡੀ ਵੀ ਵਡਿਆਈ ਵੇਖੇ ਤੇ ਸਾਨੂੰ ਕਹੇ ਵੀ ਹਾਂ ਤੁਹਾਡੇ 'ਚ ਬੜੀ ਖੂਬੀ ਹੈ, ਜੇ ਭਗਤ ਹੈ ਤੇ ਭਗਤ ਕਹੇਗਾ ਮੈਂ ਕੁਛ ਨਹੀਂ ਗਈ, ਸਭ ਕਰਾਉਣ ਵਾਲਾ ਉਹੀ ਹੈ। ਮੇਰੀ ਕੀ ਪਾਇਆ, ਮੇਰੀ ਕੀ ਹਸਤੀ ਹੈ। ਅਸੀਂ ਇਹ ਆਪਣੇ ਲਿਟਰੇਚਰ 'ਚ ਪੜ੍ਹਦੇ ਹਾਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਕਿ ਜਿਨ੍ਹਾਂ ਦੀ ਜਾਤ ਵਿੱਚ, ਕੁੱਲ ਵਿੱਚ, ਬੰਸ ਵਿੱਚ ਕਦੀ ਖਾਬ ਵੀ ਨਹੀਂ ਸੀਗਾ ਵੀ ਇਹ ਲੋਕ ਸਰਦਾਰ ਬਣਨਗੇ। ਮਤਲਬ ਦੇਖੋ ਤੁਸੀਂ, ਜਿਹੜੀ ਸਿੱਖੀ ਹੈ ਉਸ ਖਿੱਤੇ ਦੇ ਵਿੱਚ ਜਿੱਥੇ ਇੱਕੋ ਜ਼ਾਤ ਦੇ ਲੋਕ ਸਿਰਮੌਰ ਸੀ, ਬਾਕੀ ਸਭ ਜਾਤਾਂ ਨੀਵੀਆਂ ਸੀ, ਤੇ ਮੋਸਟਲੀ ਲੋਕ ਸ਼ੂਦਰ ਸੀ, ਅਛੂਤ, ਅਨਟੱਚੇਬਲ, ਜਿਨ੍ਹਾਂ ਦਾ ਪਰਛਾਵਾਂ ਪੈਣ ਨਾਲ ਚੀਜ਼ਾਂ ਭਿੱਟ ਜਾਂਦੀਆਂ ਸੀਗੀਆਂ। ਬਾਬਾ ਜੀ ਨੇ ਉਹਨਾਂ ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ, ਪਾਤਸ਼ਾਹ ਬਣਾ ਦਿਓ। ਉਹਨਾਂ ਨੂੰ ਉਸ ਲੈਵਲ ਤੇ ਲੈ ਆਂਦਾ ਜਿਨ੍ਹਾਂ ਨੂੰ ਵਕਤ ਦਾ ਹਾਕਮ, ਸਭ ਤੋਂ ਹਾਈਐਸਟ ਜਿਹੜੀ ਪੋਜੀਸ਼ਨ ਹੈ ਪੋਲੀਟੀਕਲ ਸਾਈਡਸ ਤੋਂ, ਇੱਕ ਨਵਾਬ ਬਣਾ ਦੇਣਾ। ਉਹ ਨਵਾਬੀ ਕਹਿੰਦਾ, ਤੇ ਉਹ ਕਹਿੰਦੇ ਹੂ ਕੇਅਰ, ਅਸੀਂ ਇਹਦੀ ਕੇਅਰ ਹੀ ਨਹੀਂ ਕਰਦੇ ਹੈਗੇ। ਨਵਾਬੀ ਦੀ ਖਿੱਲਤ ਨੂੰ ਠੋਕਰ ਮਾਰ ਦਿੰਦੇ। ਕਿਤਨਾ ਸੰਤੋਖ, ਕਿਤਨਾ ਸਬਰ, ਜਿਹੜੀ ਕੰਟੈਂਟਮੈਂਟ ਦੀ ਗੱਲ ਅਸੀਂ ਕਰਦੇ ਹਾਂ, ਕਿੰਨੇ ਉਹ ਕੰਟੇਨ ਹੋ ਗਏ ਹੋਣਗੇ ਸੱਚ ਦੇ ਵਿੱਚ, ਉਸ ਆਪਣੇ ਜੀਵਨ ਦੇ ਵਿੱਚ, ਜਿਹਨਾਂ ਨੂੰ ਉਹਨਾਂ ਨੇ ਆਪਣਾ ਸਾਂਭ ਲਿਆ ਹੋਏਗਾ। ਇਹਨਾਂ ਸਭ ਚੀਜ਼ਾਂ ਦੀ ਗੱਲ ਹੀ ਨਹੀਂ ਰਹਿ ਗਈ ਉਹਨਾਂ ਦੇ ਕੋਲ। ਸੋ ਉਹ ਲੋਕ ਜਿਹੜੇ ਲੋਕ ਗੁਰਬਤ, ਗਰੀਬੀ, ਇਹ ਸਭ ਚੀਜ਼ਾਂ ਨਾਲ ਦੋ ਚਾਰ ਹੋ ਰਹੇ ਸੀ, ਉਹਨਾਂ ਨੂੰ ਪਾਤਸ਼ਾਹ ਦਾ ਰੰਗ ਬਖਸ਼ ਦਿੱਤਾ, ਜੀਵਨ ਰੋਹ ਬਦਲ ਦਿੱਤੀ।
ਡਰਪੋਕ ਕਮਜ਼ੋਰ ਤੋਂ ਦਲੇਰ ਬਹਾਦਰ ਬਣਾ ਦਿੱਤੇ, ਵਿਰਸੇ ਦੇ ਮਾਲਕ ਬਣਾ ਦਿੱਤੇ ਚੰਗੇਰੇ ਦੇ। ਸਭ ਚੀਜ਼ਾਂ ਕੀਤੀਆਂ, ਤੇ ਕੀਤੀਆਂ ਕਿਹਨੇ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਤੇ ਜੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਾ ਕੇ ਕਿਹਾ ਨਾ, ਪਾਤਸ਼ਾਹ ਇਹਨਾਂ ਅਦਨਿਆਂ, ਇਹਨਾਂ ਨਿਮਾਣਿਆਂ ਨੂੰ, ਇਹਨਾਂ ਨੂੰ ਕੱਖਾਂ ਵਾਂਗੂ ਰੁਲਦਿਆਂ ਨੂੰ ਚੁੱਕ ਕੇ ਪੰਥ ਪਾਤਸ਼ਾਹੀ ਦੇ ਤਸੱਵੁਰ 'ਚ ਪਾ ਦਿੱਤਾ ਜੇ, ਇਹਨਾਂ ਨੂੰ ਸਰਦਾਰੀਆਂ ਬਖਸ਼ ਦਿੱਤੀਆਂ ਜੇ, ਮਹਾਰਾਜ ਤੁਹਾਡਾ ਬੜਾ ਤਰਸ ਹੈ, ਤੁਹਾਡੀ ਬੜੀ ਵਡਿਆਈ ਹੈ। ਅਸੀਂ ਲਿਟਰੇਚਰ 'ਚ ਪੜ੍ਹਦੇ ਹਾਂ, ਜ਼ਿਕਰ ਇਹ ਮਿਲਦਾ ਹੈ ਕਿ ਮਹਾਰਾਜ ਜੀ ਦਾ ਜਵਾਬ ਇਹ ਹੈ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਹਲੀਮੀ, ਨਿਮਰਤਾ, ਵਡਿਆਈ ਹੈ ਉਸ ਕਰਤਾਰ ਦੀ ਤੇ ਉਸ ਕਰਤਾਰ ਦੇ ਬਣਾਏ ਹੋਏ ਨਾ ਮਨੁੱਖਾਂ ਦੀ। ਜਦੋਂ ਬੰਦਾ ਸਹੀ ਰੂਪ ਵਿੱਚ ਹਉਮੈ ਤੋਂ ਆਪਣੀ ਹਸਤੀ ਨੂੰ ਮਿਟਾਉਣ ਵਾਲੇ ਲੈਵਲ ਤੋਂ ਬਾਹਰ ਉਸ ਲੈਵਲ ਤੇ ਆ ਜਾਂਦਾ ਨਾ, ਫਿਰ ਵਡਿਆਈ ਇੱਕ ਦੀ ਹੁੰਦੀ ਹੈ, ਵੱਡੇ ਦੀ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ। ਉਹ ਕਾਦਰ ਵੀ ਹੈ, ਉਹ ਕਰੀਮ ਵੀ ਹੈ, ਉਹ ਕੜਨ ਵਾਲਾ ਵੀ ਹੈ, ਉਹ ਤਰਸ ਕਰਨ ਵਾਲਾ ਵੀ ਹੈ। ਤੇ ਦੇ ਜੀਆਂ ਰਿਜ਼ਕ ਸੰਭਾਹੇ, ਸਾਰੀ ਕਾਇਨਾਤ ਨੂੰ ਰਿਜ਼ਕ ਆਫਰੀਨ ਕਰਦਾ ਆ। ਸਾਡੀ ਤੇ ਹਾਲਤ ਇਹ ਹੈ, somehow if we actually become breadwinners for a very small family, we try to tell or show them how important am I. ਮੈਨੂੰ ਤੁਸੀਂ ਉਨੀ ਮਾਣ ਨਹੀਂ ਦੇ ਰਹੇ। ਤੁਸੀਂ ਮਾਫੀ ਮੰਗਾਂਗਾ, ਇਹਨਾਂ ਮੁਲਕਾਂ 'ਚ ਮੈਂ ਦੇਖਦਾ ਯੰਗ ਬੱਚੇ ਬੱਚੀਆਂ ਆ ਜਾਂਦੇ, ਮਿਹਨਤ ਕਰਦੇ, ਚਲੋ ਵਧੀਆ ਪੜ੍ਹਾਈ ਕਰ ਲੈਂਦੇ, ਕੁਛ ਜੋਬ ਵਗੈਰਾ ਕਰਕੇ ਫੀਸਾਂ ਫੂਸਾਂ ਅਰੇਂਜ ਕਰਕੇ ਕਿਸੇ ਤਰੀਕੇ ਨਾਲ PR ਲੈ ਲੈਂਦੇ। ਤੇ ਜਿਨ੍ਹਾਂ ਮਾਂ ਬਾਪ ਨੇ ਛੋਟੇ ਛੋਟਿਆਂ ਨੂੰ ਪਾਲਿਆ, ਸੰਭਾਲਿਆ, ਬਣਾਇਆ, ਇੱਥੋਂ ਤੱਕ ਲਿਆਂਦਾ, ਤੇ ਉਹ ਕੋਈ ਮਾੜੀ ਜੀ ਗੱਲ ਵੀ ਕਰਦੇ ਕਿ ਉਹ ਬੇਟਾ ਜਾਂ ਬੇਟੀ ਆਹ ਗੱਲ ਸੀਗੀ, ਤੇ ਉਹਨਾਂ ਨੂੰ ਅੱਗੋਂ ਅੱਖਾਂ ਕੱਢ ਕੇ ਖਵਾਉਂਦੇ, ਤੁਹਾਨੂੰ ਕੀ ਪਤਾ? ਵਾਟ ਡੂ ਯੂ ਨੋ? ਤੁਹਾਨੂੰ ਪਤਾ ਹੈ ਮੈਂ ਕਿਸ ਪੋਜੀਸ਼ਨ ਤੇ ਹੈਗਾ? ਇਹ ਕੀ ਹੈ? ਇਹ ਹੈ ਆਈ ਐਮ ਦਾ ਬ੍ਰੈਡ ਵਿਨਰ, ਆਈ ਐਮ ਦਾ ਅਰਨਰ। ਇਹ ਜਿਹੜੀ ਅਲਾਮਤ ਆ, ਤੇ ਅਹਿਸਾਸ ਕਰੇ ਬੰਦਾ, ਗੁਰੂ ਗ੍ਰੰਥ ਸਾਹਿਬ ਵਿੱਚ ਆ ਜਾਓ। ਸਿਮਰਨ ਬੜੀ ਕਮਾਲ ਦੀ ਚੀਜ਼ ਹੈ। ਮੈਡੀਟੇਸ਼ਨ ਕਹਿੰਦੇ ਨਾ, ਖਾਸ ਕਰਕੇ ਗੁਰਬਾਣੀ ਦਾ ਜਿਹੜਾ ਪਾਠ ਕਰਨਾ, ਇਹ ਮੰਤਰ ਲੋਕ ਕਹਿੰਦੇ ਪੜ੍ਹਨਾ, ਇਹ ਸਭ ਚੀਜ਼ਾਂ ਇਹ ਆਲਮੀ ਨਵਾਜ਼ਿਸ਼ ਆ। ਰਹਿਰਾਸ ਪੜ੍ਹਦੇ ਆ ਰੋਜ਼, ਤੇ ਸਾਹਿਬ ਉਹਦੇ ਜ਼ਿਕਰ ਕਰਦੇ ਕਿ ਉਹ ਬੰਦੇ ਜਨਨ ਪਿਤਾ ਲੋਕ ਸੁਤ ਬਨਿਤਾ, ਕੋਏ ਨਾ ਕਿਸ ਕੀ ਤਰਿਆ। ਜਨਨੀ ਇਹ ਸੋਚੇ ਮੈਂ ਬੱਚੇ ਨੂੰ ਜਣਿਆ ਆ, ਮੇਰੇ ਕਰਕੇ ਜ਼ਿੰਦਗੀ ਮਿਲੀ ਹੈ। ਨਾ ਮਾਂ, ਤੂੰ ਸਿਰਫ ਇੱਕ ਜ਼ਰੀਆ ਬਣੀ ਹੈ, ਜ਼ਿੰਦਗੀ ਦਹਿੰਦ ਕੋਈ ਹੋਰ ਹੈ। ਇਹ ਅਹਿਸਾਸ ਆ ਜਾਏ। ਜਨਨ ਪਿਤਾ ਕਹੇ ਆਈ ਐਮ ਦਾ ਪ੍ਰੋਟੈਕਟਰ, ਆਈ ਐਮ ਦਾ ਗਿਵਰ, ਆਈ ਐਮ ਦਾ ਬ੍ਰੈਡ ਵਿਨਰ। ਨੋ, you are also just a source, ultimate giver, ultimate ਜਿਹੜਾ ਜਿਹਨੂੰ ਕਿਹਾ ਜਾਏ ਜਿਹੜਾ ਦਹਿੰਦ ਆ, ਉਹ ਤੇ ਅਕਾਲ ਪੁਰਖ ਵਾਹਿਗੁਰੂ। ਜਨਨ ਪਿਤਾ, ਲੋਕ ਹਸਬੈਂਡ, ਸੁਤ ਔਲਾਦ, ਬਨਿਤਾ ਇਸਤਰੀ, ਕੋਈ ਨਾ ਕਿਸ ਕੀ ਤਰਿਆ। ਕੋਈ ਕਿਸੇ ਦੀ ਧਿਰ ਨਹੀਂ, ਕੋਈ ਕਿਸੇ ਦਾ ਅਲਟੀਮੇਟ ਸਹਾਰਾ ਨਹੀਂਗਾ। ਸਹਾਰਾ ਤੇ ਕਰਤਾਰ ਹੈ ਅਸਲ ਦੇ ਵਿੱਚ। ਵਡਿਆਈ ਉਹਦੀ ਕਰ, ਤਾਰੀਫ ਉਹਦੀ ਕਰ, ਸਤੁਤੀ ਉਹਦੀ ਕਰ। ਇਸੇ ਕਰਕੇ ਘਰਾਂ ਥਾਵਾਂ ਤੇ ਬੱਚਿਆਂ ਨੂੰ ਆਲੇ ਦੁਆਲੇ ਬਾਤ ਗੁਰਮਤਿ ਕਹਿੰਦੀ ਸਿਖਾਓ ਕਿ ਗ੍ਰੈਟੀਟਿਊਡ ਸ਼ੋ ਕਰੋ, ਗ੍ਰੇਟਫੁਲ ਹੋਵੋ ਟੂਵਰਡ ਹੋਮ, ਟੂਵਰਡ ਅਕਾਲ ਪੁਰਖ ਵਾਹਿਗੁਰੂ, ਜਿਨੇ ਜੀਵਨ ਦਿੱਤਾ, ਦਾਤ ਦਿੱਤੀ। ਇਸ ਜੀਵਨ ਨੂੰ ਸਾਂਭਣ ਲਈ ਦਾਤਾਂ ਸੁਗਾਤਾਂ ਨਵਾਜਿਆ ਸਾਰਾ ਸਾਰਾ ਦੇਖ। ਲਿਟਰਲੀ ਤੌਰ ਤੇ ਅਸੀਂ ਬਚਨ ਪੜ੍ਹੀਏ, ਜਿਹੜੀ ਵਡਿਆਈ ਹੈ ਨਾ, ਮਹਾਰਾਜ ਕਹਿੰਦੇ ਰਮਈਆ ਕੇ ਗੁਣ ਚੇਤ ਪਰਾਨੀ, ਉਹਦੀਆਂ ਵਡਿਆਈਆਂ ਚੇਤੇ ਕਰ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਮੂਲ ਕੀ ਹੈ, ਦਿਸ ਕੀ ਰਿਹਾ? ਮਿੱਟੀ ਰੂਪ ਵਟਾਈ ਬੈਠੀ ਹੈ। ਟੌਪ ਸੋਇਲ ਹੈ ਸਾਰੇ ਦੀ ਸਾਰੀ। ਆ ਜਿਹੜਾ ਰੂਪ ਵਟਿਆ ਜਿਹਨੂੰ ਵੇਖ ਵੇਖ ਕੇ ਬੜਾ ਖੁਸ਼ ਹੁੰਦੇ ਆ ਵੀ ਵਾਹ ਵਾਹ, ਕਿਆ ਇਹੋ ਜਿਹਾ ਕਲਬੂਤ ਹੋਣਾ ਹੀ ਨਹੀਂ ਕਿਸੇ ਦਾ। ਮੇਰੇ ਵਰਗੀ ਲੋਕੀ ਨਹੀਂ ਕਿਸੇ ਦੀ ਹੈਗੀ। ਹਾਊ ਆਈ ਹੈਵ ਐਕਚੁਅਲੀ ਦੈਟ ਪਰਸਨੈਲਿਟੀ, ਹਾਊ ਆਈ ਹੈਵ ਦੈਟ ਕਾਈਂਡ ਆਫ, ਵਾਟ ਆਰ ਯੂ ਟਾਕਿੰਗ ਅਬਾਊਟ? ਇਹ ਤੇ ਉਹਦੀ ਬੇਅੰਤ ਦੀ ਵਡਿਆਈ ਹੈ। ਇਹ ਤੇ ਉਹਨੇ ਘੜਿਆ ਆ, ਇਹ ਤੇ ਉਸ
ਵੂਮ ਦੇ ਵਿੱਚ ਉਸਨੇ ਇਸ ਰੂਪ ਦੇ ਜਿਹੜਾ ਹੈਗਾ ਸਾਰਾ ਦੀ ਸਾਰੀ ਨਵਾਜ਼ਿਸ਼ ਕੀਤੀ ਤੈਨੂੰ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਸਾਜਿਆ ਤੇ ਐਸਾ ਸਵਾਰ ਕੇ ਸਾਜਿਆ, ਆਪਣੇ ਆਪ ਨੂੰ ਨਿਹਾਰ ਕੇ ਆਪ ਤੇ ਕਈ ਵਾਰੀ ਗੁਮਾਂ ਮਹਿਸੂਸ ਕਰਦਾ ਹੈਗਾ। ਇਹ ਸਭ ਉਹਦੀ ਵਡਿਆਈ ਹੈ। ਸਮਟਾਈਮ ਪੀਪਲ ਆਸਕ ਮੀ, ਭਾਈ ਸਾਹਿਬ, we want to do some meditation, some kind of part, but somehow we don't have that kind of connection which can directly associate us to Vaheguru Ji. Can you help us so that we can make any bridge which can help us directly to take a connection with Akal Purkh Vaheguru? ਆ ਬਾਣੀ ਦਾ ਸ਼ਬਦ ਹੈ। ਬੰਦਾ ਸ਼ੀਸ਼ੇ ਮੂਹਰੇ ਵੇਖੇ ਆਪਣੇ ਆਪ ਨੂੰ ਖੜਾ ਹੋ ਕੇ, ਆਪਣੀਆਂ ਅੱਖਾਂ, ਨੱਕ, ਮੂੰਹ, ਕੰਨ, ਸ਼ਕਲੋ ਸੂਰਤ, ਆਪਣੇ ਨੈਣ ਪ੍ਰਾਣ, ਇੱਕ ਇੱਕ ਨੂੰ ਰੋਮ ਰੋਮ ਨੂੰ ਵੇਖ ਕੇ ਧੰਨਵਾਦ ਹੈ, ਧੰਨਵਾਦ ਹੈ, ਸ਼ੁਕਰ ਹੈ, ਸ਼ੁਕਰ ਹੈ। ਇਹੀ ਚੀਜ਼ ਹੈ। ਫਿਰ ਇਹਦੇ ਨਾਲ ਜੁੜੇ ਆਰ ਪਰਿਵਾਰ ਨੂੰ ਵੇਖੇ, ਵਡਿਆਈ ਕਰੇ ਉਹਦੀ। ਇਹੀ ਸਤੁਤੀ ਹੈ, ਇਹੀ ਵੱਡੋਂ ਕਰਨੀ ਸਾਰੇ ਸਾਰੇ। ਜਿਵੇਂ ਜਿਵੇਂ ਕਰੇਗਾ ਫਿਰ ਪਤਾ ਲੱਗਾ, ਹਾਂ ਆਖਰਕਾਰ ਅਲਟੀਮੇਟ ਸੋਰਸ ਆਫ ਲਾਈਫ ਤੇ ਉਹ ਆਪ ਹੀ ਹੈ। ਸੋ ਸਾਹਿਬ ਨੇ ਕਿਹਾ, ਭੁੱਲ ਜਾ ਤੂੰ ਕਿਸੇ ਦੀ ਧੇਰੇ ਹੈ, ਤੇਰੀ ਕੋਈ ਧੇਰਾ ਕਰਨ ਕਰਾਉਣ ਵਾਲਾ ਆਪ ਹੈ। ਬਾਕੀ ਤੇ ਸਭ ਸੋਰਸ ਨੇ, ਜ਼ਰੀਏ ਨੇ ਉਸ ਰੂਪ ਦੇ ਵਿੱਚ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸੀ ਰਿਜ਼ਕ ਸੰਭਾਹੇ ਠਾਕੁਰ, ਸਭ ਸਿਰਾਂ ਦੇ ਉੱਤੇ ਰਿਜ਼ਕ ਦਾ ਸਰਨਾਮਾ ਪਾ ਕੇ ਬਿਠਾ, ਸੰਭਾਲ ਰਿਹਾ ਉਹ ਠਾਕੁਰ। ਕਾਹੇ ਮਨ ਪਾਉ ਕਰਿਆ, ਮਨਾਂ ਤੋਂ ਡਰਨਾ। ਤੇ ਇਹ ਵੀ ਸੱਚ ਹੈ। ਜਦੋਂ ਵਡਿਆਈ ਕੀਤੀ ਜਾਂਦੀ ਹੈ ਨਾ, ਜਿਵੇਂ ਵੈਸੇ ਤੇ ਕਈ ਵਾਰ ਸਾਡੀ ਸਟੋਰੀ ਟੈਲਿੰਗ ਇਹ ਗਲਤ ਹੋ ਜਾਂਦੀ ਹੈ, ਤੇ ਅਸੀਂ ਆਪਣੇ ਘਰਾਂ ਥਾਵਾਂ 'ਚ ਇਹ ਬਾਤ ਕਰਦੇ ਹਾਂ, ਸਾਡਾ ਖਾਨਦਾਨ ਬੜਾ ਵੱਡਾ ਆ, ਸਾਡਾ ਪਰਿਵਾਰ ਬੜਾ ਵੱਡਾ ਆ। ਤੇ ਫਿਰ ਉਹ ਬੜੀ ਇੱਕ ਨੈਰੋ ਮਾਈਂਡਡ ਸੋਚ 'ਚ ਬੱਚੇ ਆ ਜਾਂਦੇ। ਜਿਵੇਂ ਸਾਡੇ ਗੀਤ ਗਾਣੇ ਤੁਸੀਂ ਬਹੁਤੇ ਸੁਣਦੇ ਹੋ ਅੱਜ ਦੇ ਜ਼ਮਾਨੇ ਦੇ ਵਿੱਚ, ਪੰਜਾਬੀ ਸੌਂਗਸ ਦੀ ਮੈਂ ਗੱਲ ਕਰ ਰਿਹਾ ਵਾਂ, ਫੁਕਰਾ ਪੰਥੀ ਤੇ ਕੀ ਸਭ ਚੀਜ਼ਾਂ ਚੱਲ ਰਹੀਆਂ ਨੇ। ਹਾਲਾਂਕਿ ਜੇ ਸਾਡੀ ਸਹੀ ਤਰੀਕੇ ਦੇ ਨਾਲ ਸਿੱਖਾਂ ਦੀ ਤੇ ਸਿੱਖੀ ਦੀ ਧਾਰਾ ਜੋੜੀ ਜਾਏ, ਤੇ ਸਾਡਾ ਸਾਰਿਆਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਆ, ਪੰਥਕ ਰਹਿਤ ਮਰਿਆਦਾ ਵਿੱਚ। ਅਸੀਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਔਲਾਦ ਆ। ਸਾਡਾ ਪਿਛੋਕੜ ਸਾਡੇ ਉਹਨਾਂ ਵੀਰਾਂ ਨਾਲ ਜਾ ਕੇ ਜੁੜਦਾ ਜਿਹੜੇ ਸਰਹੰਦ ਦੀਆਂ ਦੀਵਾਰਾਂ ਜਾ ਖੜੇ ਹੁੰਦੇ। ਇਹ ਸਭ ਚੀਜ਼ਾਂ ਬਣਦੀਆਂ। ਸਾਡੀ ਤਵਾਰੀਖ ਹੀ ਵੱਖਰੀ ਹੈ। ਸੋ ਬੰਦਾ ਇਸ ਸਾਰੇ ਦੀ ਇਹਦੀ ਬਾਤ ਚੱਲੇ ਘਰਾਂ ਥਾਵਾਂ ਦੇ ਆਲੇ ਦੁਆਲੇ ਵਿੱਚ, ਦੱਸਿਆ ਜਾਏ ਅਸੀਂ ਕੌਣ ਆ। ਹੋਊ ਯਾਰ, ਤੁਹਾਡੀ ਆਈਡੈਂਟਿਟੀ ਬਦਲੇਗੀ, ਤੁਹਾਡੀ ਸੋਚ ਬਦਲੇਗੀ, ਤੁਹਾਡਾ ਮੁਹਾਜ ਬਦਲੇਗਾ। ਇਹੀ ਚੜ੍ਹਦੀ ਕਲਾ ਲੈ ਕੇ ਆਏਗਾ। ਇਹੀ ਸਿੱਖੀ ਹੈ। ਅਦਰਵਾਈਜ਼ ਕੀ ਫਰਕ ਰਹਿ ਜਾਏਗਾ? ਜਿਹੜਾ ਆਮ ਲੋਕ ਵਿਚਾਰੇ ਜਿਵੇਂ ਰੁਲ ਰਹੇ ਨੇ ਵਕਾਰਾਂ ਦੇ ਵਿੱਚ, ਸੰਸਾਰ ਦੀਆਂ ਮੁਸ਼ਕਿਲਾਂ ਸਾਹਮਣੇ ਢੇਰੀ ਢਾ ਜਾਂਦੇ। ਮੈਨੂੰ ਯਾਦ ਆ ਕਾਫੀ ਅਰਾਊਂਡ ਬਹੁਤ ਸਮੇਂ ਦੀ ਪਹਿਲੇ ਦੀ ਗੱਲ ਹੈ ਕਿ ਜੇ ਕਹਾਂ ਤੇ 20 ਸਾਲ ਪਹਿਲਾਂ ਦੀ ਗੱਲ ਹੋਣੀ ਐਟਲੀਸਟ। ਵੀਰ ਜੀ ਜਸਵੀਰ ਸਿੰਘ ਖੰਨੇ ਵਾਲੇ, ਉਹ ਸੁਹਾਣੇ ਜੋ ਗੁਰਸ਼ਬਦ ਦਾ ਪ੍ਰਚਾਰ ਪ੍ਰਸਾਰ ਬੜਾ ਕਰਦੇ ਹੁੰਦੇ ਸੀ। ਤੇ ਅਕਸਰ ਉਹਨਾਂ ਨੇ ਸੰਡੇ ਦਾ ਇੱਕ ਪ੍ਰੋਗਰਾਮ ਰੱਖਿਆ ਕਰਨਾ, ਜਿਹਦੇ 'ਚ ਉਹਨਾਂ ਨੇ ਜਿਹੜੇ ਯੰਗ ਬੱਚੇ ਨੇ ਗੁਰਮਤ ਦੇ ਸਕੂਲ ਤੋਂ ਆ ਰਹੇ ਨੇ, ਜਿਹੜੇ ਕੁਛ ਗੁਰਸ਼ਬਦ ਵਿਆਖਿਆ ਵਗੈਰਾ ਕਰਦੇ ਨੇ, ਉਹਨਾਂ ਨੂੰ ਸਟੇਜ 'ਤੇ ਬੁਲਾਇਆ ਕਰਨਾ। ਉੱਥੇ ਬਕਾਇਦਾ ਤੌਰ 'ਤੇ 1-2 ਦਿਨ ਪਹਿਲਾਂ ਦੱਸ ਦੇਣਾ, ਹਫ਼ਤਾ ਦੱਸ ਦੇਣਾ ਕਿਉਂਕਿ ਤੁਸੀਂ ਆਹ ਲੈਕਚਰ ਤਿਆਰ ਕਰਕੇ ਆਇਓ, ਆਹ ਸ਼ਬਦ ਦੀ ਤਿਆਰੀ ਕਰਕੇ ਆਇਓ, ਇਸ ਸ਼ਬਦ ਦੀ ਵਿਆਖਿਆ ਕਰਿਓ। ਇਸ ਤਰੀਕੇ ਨਾਲ ਹੋਣਾ। ਅਤੇ ਮੈਨੂੰ ਯਾਦ ਹੈ ਇੱਕ ਵਾਰੀ ਅਸੀਂ ਗਏ ਉੱਥੇ, ਅਤੇ ਸਾਨੂੰ ਇੱਕ ਬਕਾਇਦਾ ਤੌਰ 'ਤੇ ਇੱਕ ਸਬਜੈਕਟ ਦਿੱਤਾ ਗਿਆ, ਮਜ਼ਮੂਨ ਜਿਹ 'ਤੇ ਬੋਲਣਾ ਆ। ਅਤੇ ਮਜ਼ਮੂਨ ਇਹ ਸੀਗਾ ਕਿ ਅੱਜ ਦੇ ਸਮੇਂ ਵਿੱਚ ਸਿੱਖ ਦੀਆਂ ਸਮੱਸਿਆਵਾਂ, ਇਹਦੇ ਉੱਤੇ ਤੁਸੀਂ ਲੈਕਚਰ ਦਿਓ। ਅੱਜ ਦੇ ਸਮੇਂ ਵਿੱਚ ਸਿੱਖ ਦੀਆਂ ਸਮੱਸਿਆਵਾਂ। ਸੈਕਟਰੀ ਬੜੇ ਪੜ੍ਹੇ ਲਿਖੇ ਚੰਡੀਗੜ੍ਹ ਤੋਂ ਸੀਗੇ, ਉਹ ਅਨਾਊਂਸ ਕਰਦੇ, ਮੁੜ ਕੇ ਸਪੀਕਰ 'ਤੇ ਬੋਲਣ ਲੱਗੇ ਅਤੇ ਉਹ ਮਾਈਕ ਫੜ ਕੇ ਕਹਿੰਦੇ ਇੱਕ ਪਲ ਲਈ ਮੈਂ ਸੈਕਟਰੀ ਸਾਹਿਬ ਤੁਹਾਡੇ ਤੋਂ ਇਜਾਜ਼ਤ ਮੰਗ ਕੇ ਮੈਂ ਬੋਲਾਂ ਕੁਛ। ਉਹ ਕਹਿੰਦੇ ਭਾਈ ਸਾਹਿਬ ਪਲੀਜ਼। ਕਹਿੰਦੇ ਤੁਹਾਡਾ ਮਜ਼ਮੂਨ ਨਹੀਂ ਠੀਕ ਹੈਗਾ, ਸਬਜੈਕਟ ਨਹੀਂ ਠੀਕ ਹੈਗਾ, ਥੋੜ੍ਹੀ ਸਬਜੈਕਟ ਲਾਈਨ ਠੀਕ ਕਰਦੀ ਹੈ ਆਪਾਂ। ਉਹ ਕਹਿੰਦੇ ਜੀ ਮੈਂ ਤਾਂ ਇਹੀ ਕਿਹਾ ਵੀ ਅੱਜ ਦੇ ਸਮੇਂ ਵਿੱਚ ਸਿੱਖ ਦੀਆਂ ਸਮੱਸਿਆਵਾਂ। ਉਹ ਕਹਿੰਦੇ ਨਹੀਂ ਮਜ਼ਮੂਨ ਨਹੀਂ ਠੀਕ, ਇਹ ਕਹੋ ਅੱਜ ਦੇ ਸਮੇਂ ਵਿੱਚ ਮਨੁੱਖ ਦੀਆਂ ਸਮੱਸਿਆਵਾਂ। ਜਿਹੜਾ ਸਿੱਖ ਹੋ ਗਿਆ ਉਹ ਤੇ ਸਮੱਸਿਆ ਹੀ ਕੋਈ ਨਹੀਂ ਰਹਿ ਗਈ, ਉਹ ਤੇ ਬਾਹਰ ਆ ਗਿਆ।
ਉਨੀ ਦੇਰ ਤੱਕ ਹੀ ਸਮੱਸਿਆ ਜਿੰਨੀ ਦੇਰ ਤੱਕ ਸਿੱਖ ਨਹੀਂ ਹੋਏ। ਜਦੋਂ ਸਿੱਖ ਹੋ ਗਏ ਫਿਰ ਤੇ ਤੁਹਾਡਾ ਸੋਚਣਾ ਜੀਣਾ ਸਭ ਚੀਜ਼ਾਂ ਇੱਕ ਗੁਰਮਤ ਸਕੂਲ ਵਿੱਚੋਂ ਰਿਫਲੈਕਟ ਹੋ ਕੇ ਆਉਣਗੀਆਂ। then you are enlightened, you have some kind of enlightenment, ਰੋਸ਼ਨ ਦਿਮਾਗ ਹੋ ਗਏ ਹੋ, ਚੀਜ਼ਾਂ ਨੂੰ ਡਿਫਰੈਂਟ ਪਰਸਪੈਕਟਿਵ ਵਿੱਚ ਵੇਖਣ ਲੱਗ ਗਏ ਹੋ। ਬੰਦਾ ਨਹੀਂ ਤੇ ਕੋਈ ਥੋੜੀ ਜਿਹੀ ਜ਼ਿੰਦਗੀ 'ਚ ਹਾਲਾਤ ਬਦਲਦੇ ਨੇ, ਬੰਦਾ ਤੇ ਘਬਰਾਇਆ ਹੋਇਆ ਆਪਣੇ ਬਾਰੇ ਵੀ ਸ਼ਿਕਾਇਤਾਂ ਕਰਨ ਲੱਗ ਜਾਂਦਾ, ਆਲੇ ਦੁਆਲੇ ਬਾਰੇ ਵੀ ਸ਼ਿਕਾਇਤਾਂ ਕਰਨ ਲੱਗ ਜਾਂਦਾ, ਤੇ ਸਭ ਲੱਗਦਾ ਬੁਰਾ ਹੀ ਬੁਰਾ, ਕੁਛ ਵੀ ਚੰਗਾ ਨਹੀਂ ਹੈਗਾ। ਇਹਦੇ ਮੁਕਾਬਲਤਨ ਸਿੱਖ ਉਹ ਵਡਿਆਈ ਕਰਦਾ ਆ, ਸ਼ੁਕਰ ਹੈ ਤੇਰਾ, ਸ਼ੁਕਰ ਹੈ ਤੇਰਾ ਮਾਲਕ, ਧੰਨਵਾਦ ਹੈ ਤੇਰਾ। ਉਹ ਗ੍ਰੇਟਫੁਲ ਹੈ ਅਕਾਲ ਪੁਰਖ ਵਾਹਿਗੁਰੂ ਵਾਸਤੇ। ਗੁਰੂ ਗ੍ਰੰਥ ਸਾਹਿਬ ਵਿੱਚ ਤੁਹਾਨੂੰ ਮਿਲੇਗਾ। ਬੰਦਾ ਕਈ ਵਾਰੀ ਕਹੇਗਾ ਭਾਈ ਸਾਹਿਬ what kind of a message is it? ਮਹਾਰਾਜ is saying ਕਿਤਿਆਂ ਦੁੱਖ ਭੂਖ ਸਦ ਮਾਰ, ਦੁੱਖ sorrow grief, ਭੂਖ kind of hunger, kind of poverty, or you can say craving. Who likes it? Nobody. कौन पसंद करेगा? सदमार suffering. Nobody want it. Nobody actually want to go through with it. But at the same time, Baba is explaining it in the Bani. Maharaj saying, "Eh pe daat teri daatar." That is a blessing for me, Almighty. What is this? ਇਹ ਕੀ ਹੈ? ਇਹ ਭਾਈ ਇਹੀ ਹੈ। ਜਦੋਂ ਬੰਦਾ ਉਸ ਲੈਵਲ ਤੇ ਸਿੱਖੀ ਦੇ ਲਹਿਜ਼ੇ ਤੇ ਆ ਗਿਆ, ਫਿਰ ਲੱਗਦਾ ਵਡਿਆਈ ਕਰਾਂ, ਤਾਰੀਫ ਕਰਾਂ, ਹੋਰ ਤੈਨੂੰ ਕੀ ਕਹਾਂ ਦਾਤਾ, ਤੂੰ ਹੀ ਬੇਅੰਤ ਹੈ, ਤੂੰ ਬਖਸ਼ਣਹਾਰ ਹੈ। ਇਹ ਸਾਰੇ ਰੰਗ ਦੇ ਵਿੱਚ ਇਸ ਰੂਪ ਵਿੱਚ ਨਵਾਜਿਆ। ਮਹਾਰਾਜ ਨੇ ਇੱਥੇ ਬਿਆਨ ਕੀਤਾ ਹੈ, ਸਾਹਿਬ ਕਹਿੰਦੇ ਕਿ ਹਰ ਜੀਓ ਸਾਚਾ ਸਾਚੀ ਨਾਈ, ਉਹਦੀ ਵਡਿਆਈ ਸੱਚੀ ਹੈ, ਉਹਦੀ ਸਤੁਤੀ ਸੱਚੀ ਹੈ। ਗੁਰ ਪ੍ਰਸਾਦੀ ਕਿਸੈ ਮਿਲਾਈ। ਇਸ ਤਰੀਕੇ ਦੀ ਸੋਚ ਵਿੱਚ ਮਲਾਪ ਹੋ ਜਾਣਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਾਡੀ ਸੋਚ ਕਿਸੇ ਵੱਡੀ ਸੋਚ ਵਿੱਚ ਮਰਜ ਕਰ ਜਾਏ, ਇਹ ਗੁਰੂ ਪ੍ਰਸਾਦ ਹੈ, ਗੁਰੂ ਦੀ ਬਖਸ਼ਿਸ਼ ਹੈ, ਨਵਾਜ਼ਸ਼ ਹੈ, ਤਸੱਵੁਰ ਹੈ ਇਸ ਕਿਸਮ ਦਾ। ਦੁਨੀਆ ਭਰ ਦਾ ਵੱਖਰਾ ਵੱਖਰਾ ਲਿਟਰੇਚਰ ਪੜ੍ਹੋ, ਤੁਹਾਨੂੰ ਚੀਜ਼ਾਂ ਮਿਲ ਜਾਣਗੀਆਂ। ਮੈਂ ਇੱਕ ਬਹੁਤ ਆਲਮੀ ਲਿਖਾਰੀ ਖਲੀਲ ਜ਼ਿਬਰਾਨ, ਉਹਨੂੰ ਇੱਕ ਵਾਰੀ ਪੜ੍ਹਦਾ ਤੇ ਉਹਦੇ 'ਚੋਂ ਇੱਕ ਚੀਜ਼ ਬਿਆਨ ਕਰਦਾ ਹੈ। ਬਿਆਨ ਇਹ ਕਰਦਾ ਕਿ ਸਮੁੰਦਰ 'ਤੇ ਜਾਂਦਿਆਂ ਹੋਇਆਂ ਬੜਾ ਵੱਡਾ ਤੂਫਾਨ ਆਉਂਦਾ ਹੈ, ਤੇ ਬੇੜਾ ਜਿਹੜਾ ਸੱਜੇ ਖੱਬੇ ਸੱਜੇ ਪਲਟਦਾ ਹੈ। ਤੋ ਪਲਟਣ ਦੇ ਦੌਰਾਨ ਇੱਕ ਪਰਿਵਾਰ ਹੈ, ਤੇ ਪਰਿਵਾਰ ਦਾ ਜਿਹੜਾ ਮੈਂਬਰ ਹੈ ਮੇਨ, ਉਹ ਦੂਜੇ ਪਰਿਵਾਰ ਦੇ ਜੀਆਂ ਨੂੰ ਸਾਂਭਦਾ ਸੰਭਾਲਦਾ ਆਪਣੇ ਕੈਬਿਨ ਵਿੱਚੋਂ ਕਿਸੇ ਤਰੀਕੇ ਦੇ ਨਾਲ, ਤੇ ਉਹਨੂੰ 2-4 ਸੱਟਾਂ ਫੇਟਾਂ ਲੱਗਦੀਆਂ ਬੜੀ ਬੁਰੀ ਤਰ੍ਹਾਂ, ਤੇ ਅਲਟੀਮੇਟਲੀ ਉਹ ਸਮੁੰਦਰ 'ਚ ਡਿੱਗ ਜਾਂਦਾ ਹੈ। ਤੇ ਉਹ ਜਿਹੜੇ ਉਹਦੀ ਵਾਈਫ ਹੈ, ਉਹਦਾ ਬੱਚਾ ਆ, ਉਹ ਵੇਖ ਰਹੇ ਨੇ ਉਹ ਸਾਰੇ ਨੂੰ, ਉਹ ਬਚ ਜਾਂਦੇ ਨੇ। ਬੜਾ ਰੌਲਾ ਰੱਪਾ ਪੈਂਦਾ। ਅਲਟੀਮੇਟਲੀ ਉਹ ਬੇੜਾ ਅੱਗੇ ਲੰਘ ਜਾਂਦਾ, ਥੋੜ੍ਹਾ ਅੱਗੇ ਹੋਰ ਅੱਗੇ ਜਾਂਦਾ, ਥੋੜ੍ਹਾ ਲਹਿਰਾਂ ਕੱਟਦੀਆਂ ਨੇ, ਬੇੜਾ ਥੋੜ੍ਹਾ ਸਮੂਥ ਹੋਣਾ ਸ਼ੁਰੂ ਹੁੰਦਾ, ਪਰ ਉਹ ਆਖਰਕਾਰ ਘਰ ਦਾ ਮੈਂਬਰ ਤੇ ਚਲਾ ਗਿਆ, ਤੇ ਆਲਰੇਡੀ ਜ਼ਖਮੀ ਸੀਗਾ, ਸਮੁੰਦਰ 'ਚ ਡਿੱਗ ਗਿਆ, ਬਚਾਇਆ ਨਹੀਂ ਗਿਆ। ਤੂੰ ਕਹਿੰਦਾ ਮੈਂ ਬੜੇ ਧਿਆਨ ਨਾਲ ਸੁਣ ਰਿਹਾ, ਤੇ ਸੁਣਦਿਆਂ ਹੋਇਆਂ ਮੈਂ ਦੇਖਦਾ ਕਿ ਮਾਂ ਬੱਚੇ ਨੂੰ ਇਹ ਸਮਝਾ ਰਹੀ ਹੈ। ਉਹ ਕਹਿ ਰਿਹਾ ਵੀ ਕਈ ਵਾਰ ਲੋਕੀ ਕਹਿੰਦੇ ਨੇ ਕਿ ਵਾਈ ਇਟਸ ਹੈਪਨਿੰਗ ਟੂ ਅਸ, ਵਾਈ ਮੀ, ਵਾਈ ਇਟਸ ਹੈਪਨਿੰਗ ਟੂ ਮੀ, ਆਈ ਕੈਨ ਨੋਟ ਟੋਲਰੇਟ ਇਟ, ਆਈ ਕੈਨ ਨੋਟ ਐਕਸੈਪਟ ਇਟ। ਸੋ ਇਸ ਕਿਸਮ ਦੇ ਤਰੀਕੇ ਨਾਲ ਬੱਚਾ ਬਿਆਨ ਕਰਦਾ ਹੈਗਾ, ਤੇ ਮਾਂ ਉਹਦੇ ਬਰਾਬਰ ਬੈਠ ਕੇ ਤੇ ਉਹਦੇ ਚਿਹਰੇ 'ਤੇ ਐਵੇਂ ਹੱਥ ਲਗਾ ਕੇ ਉਹਨੂੰ ਮਤਲਬ ਥੋੜ੍ਹਾ ਹੋਸ਼ ਹਵਾਸ ਵਿੱਚ ਲਿਆ ਕੇ ਉਸ ਦੁੱਖ ਵਿੱਚੋਂ, ਤੇ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖਦਿਆਂ ਹੋਇਆਂ ਕਹਿੰਦੀ ਏ ਸਨ, you know why it happened to us? Because the Creator, the God, who has actually made us that we can tolerate it. We can come out of that sorrow. That's why He has given this kind of pain and sorrow, and we can swallow it, you and me. ਉਹ ਕਹਿੰਦਾ ਇਟ ਵਾਜ਼ ਅਮੇਜ਼ਡ। ਮੈਂ ਸਾਰਾ ਸੁਣਦਾ ਆ, ਤੇ ਸੁਣਦਿਆਂ ਨਾਲ ਮੈਂ ਦੇਖਦਾ ਬੱਚਾ ਵਾਕਿਆ 'ਚ ਇੱਕਦਮ ਉਹਦੀਆਂ ਅੱਖਾਂ 'ਚ ਚਮਕ ਆ ਜਾਂਦੀ ਹੈ। ਸੋ ਐਕਚੁਅਲ ਲੈਵਲ ਤੇ ਦੇਖਿਆ ਜਾਏ
ਤੇ ਦੁੱਖ ਤਕਲੀਫਾਂ ਵੇਦਨ ਪੀੜਾ ਜਿਹੜੀ ਹੈ, ਇਸੇ ਕਰਕੇ ਦਾਨੇ ਲੋਕਾਂ ਨੇ ਕਿਹਾ ਨਾ ਕਿ ਜਿਹੜੀ ਜ਼ਿੰਦਗੀ ਹੈ ਇਹ ਕਮਜ਼ੋਰਾਂ ਵਾਸਤੇ ਨਹੀਂ ਹੈ, ਇਹ ਤਗੜਿਆਂ ਵਾਸਤੇ ਹੈ। ਬੰਦਾ ਕਹਿੰਦਾ ਪਰ ਮੈਂ ਤੇ ਕਮਜ਼ੋਰ ਹਾਂ, ਤੇ ਬਾਣੀ ਨੇ ਕਿਹਾ ਤਗੜੇ ਨਾਲ ਜੁੜ, ਫਿਰ ਆਪਣੇ ਆਪ ਨੂੰ ਉਹਦੇ ਨਾਲ ਜੋੜ ਜਿਹੜਾ ਤੈਨੂੰ ਵੀ ਤਾਕਤ ਬਖਸ਼ ਸਕੇ, ਉਹ ਅਕਾਲ ਪੁਰਖ ਵਾਹਿਗੁਰੂ ਹੈ। ਇੱਥੇ ਸਾਹਿਬ ਨੇ ਬਿਆਨ ਕੀਤਾ, ਗੁਰੂ ਪ੍ਰਸਾਦੀ ਕਿਸੈ ਮਲਾਏ, ਜਿੱਤੇ ਤਰਸ ਕਰਦਾ ਹੈ ਗੁਰੂ ਪ੍ਰਸਾਦ ਦਿੰਦਾ, ਉਹਦੇ ਦਾਮਨ ਦੇ ਵਿੱਚ ਉਹ ਸੋਝੀ ਪਾ ਦਿੰਦਾ, ਉਹਦੀ ਸੋਚ ਉਸ ਵੱਡੀ ਸੋਚ ਮਰਜ ਕਰ ਜਾਂਦੀ ਹੈ। ਅਗਲਾ ਬਚਨ ਲਿਖਿਆ ਹੈ, ਗੁਰ ਸ਼ਬਦ ਮਿਲੈ ਸੇ ਵਿਛੋੜੈ ਨਾਹੀ। ਜਿਹੜੇ ਇਸ ਰੂਪ ਵਿੱਚ ਗੁਰ ਸ਼ਬਦ ਦੇ ਨਾਲ ਆਤਮ ਸਾਥ ਹੋ ਜਾਂਦੇ ਨੇ, ਫਿਰ ਉਹਨਾਂ ਲਈ ਵਿਛੋੜੇ ਨਹੀਂ ਗਏ। ਮਤਲਬ ਗੁਰੂ ਸਾਹਿਬ ਨੇ ਕਿਹਾ ਨਾ, ਮਿਲਿਆ ਹੋਏ ਨਾ ਵਿਛੋੜੈ, ਉਹ ਫਿਰ ਮਿਲਿਆ ਹੋਇਆ ਉਹਦਾ ਵਿਛੋੜਾ ਨਹੀਂ। ਇੱਕ ਵਾਰੀ ਇਸ ਲਹਿਜ਼ੇ 'ਚ ਬੰਦਾ ਜਦੋਂ ਅਹਿਸਾਸ 'ਚ ਚਲਾ ਗਿਆ, ਸਭ ਕਹਿੰਦੇ ਉਹ ਐਸਾ ਬੇਅੰਤ ਆ, ਸਖੀ ਵਸ ਆਇਆ ਫਿਰ ਛੋੜ ਨਾ ਜਾਹੀ, ਇਹ ਰੀਤ ਭਲੀ ਭਗਵੰਤੇ। ਉਹਦੀ ਰੀਤ ਬੜੀ ਹੈ, ਕਮਾਲ ਦੀ ਹੈ। ਇਹਨੂੰ ਗੁਰੂ ਬਾਬਾ ਜੀ ਕਹਿੰਦੇ, ਗੁਰ ਸ਼ਬਦ ਮਿਲੈ ਸੇ ਵਿਛੜੈ ਨਾਹੀ, ਸਹਜੇ ਸੱਚ ਸਮਾਵਣਿਆ। ਤੇ ਫਿਰ ਸਹਿਜ ਸੁਭਾਏ ਆਪਣੇ ਆਪ ਨੈਚੁਰਲ ਵੇ ਦੇ ਨਾਲ ਸੱਚ ਵਿੱਚ ਸੁਰਤ ਸਮਾਈ ਤੁਰੀ ਲੱਗੀ ਜਾਂਦੀ ਹੈ। ਇਹ ਉਹਦੀ ਬਾਤ ਹੋ ਰਹੀ ਹੈ। ਦੂਸਰਾ ਬਚਨ ਹੈ, ਤੁਝ ਤੇ ਬਾਹਰ ਕਛੂ ਨਾ ਹੋਏ। ਬਾਕੀ ਬੜੇ ਇਹਦੇ ਮਤਲਬ ਵੈਰੀ ਕਰਦਾ ਸੰਦੇਸ਼ ਸਾਰਾ ਸ਼ਬਦ ਦਾ ਉਸ ਤਰੀਕੇ ਨਾਲ। ਜਦੋਂ ਸਮਾਜ ਸੰਸਾਰ ਵਿੱਚ ਵਿਚਰਦੇ ਹਾਂ ਤੇ ਅਸੀਂ ਜੱਜ ਬਹੁਤ ਜਲਦੀ ਕਰਦੇ ਹਾਂ, ਆਪਣੇ ਆਪ ਨੂੰ ਵੀ ਤੇ ਦੂਜਿਆਂ ਨੂੰ ਵੀ। ਤੇ ਜਿਹੜੀ ਇਹ ਬੜੀ ਕਾਹਲੇਪਨ ਦੇ ਨਾਲ ਜਜਮੈਂਟਲ ਬਿਰਤੀ ਹੈ, ਇਹ ਮਾਰਦੀ ਹੈ ਬੰਦੇ ਨੂੰ। ਗੁਰੂ ਬਾਬਾ ਜੀ ਨੇ ਜਿਹੜਾ ਬਿਆਨ ਕੀਤਾ ਕਿ ਇਹ ਅਕਾਲ ਪੁਰਖ ਵਾਹਿਗੁਰੂ ਤੁਝ ਤੇ ਬਾਹਰ ਕਛੂ ਨਾ ਹੋਏ, ਇਹ ਤੇਰੇ ਹੀ ਸਾਰੇ ਹੁਕਮ ਦੇ ਦਾਇਰੇ 'ਚ ਸਭ ਕੁਝ ਹੋ ਰਿਹਾ ਹੈਗਾ। ਜੇ ਮੈਂ ਇਹਨੂੰ ਸਰਲ ਭਾਵ ਵਿੱਚ ਬਿਆਨ ਕਰਾਂ, ਜੇ ਹੁਣੇ ਆਪਾਂ ਉਸ ਪੋਲੀਟੀਕਲ ਸਿਨੈਰੀਓ 'ਚ ਬਾਤ ਕਰ ਰਹੇ ਸੀਗੇ ਕਿ ਉਹ ਪੋਲੀਟੀਕਲ ਲੀਡਰ ਜਿਹੜੇ ਨੇ ਉਹ ਸਭ ਇਸ ਤਰੀਕੇ ਨਾਲ ਕਰ ਰਹੇ ਨੇ, ਤੇ ਇਹ ਹਾਂ ਬਿਲਕੁਲ ਠੀਕ ਹੈ, ਇਹ ਉਹਨਾਂ ਦਾ ਕਰਮ ਰਿਫਲੈਕਟ ਹੋ ਰਿਹਾ, ਉਹਨਾਂ ਦੇ ਜੋ ਪਿੱਛੇ ਕੀਤੇ ਕਰਮ ਨੇ ਉਹਨਾਂ ਦੇ ਵਿੱਚੋਂ। ਪਰ ਇਹਦਾ ਮਤਲਬ ਇਹ ਨਹੀਂ ਕੋਈ ਚੰਗਾ ਨਹੀਂ ਕਰ ਸਕਦੇ, ਇਹਦਾ ਮਤਲਬ ਇਹ ਨਹੀਂ ਕਿ ਉਹ ਠੀਕ ਨਹੀਂ ਕਰ ਸਕਦੇ। ਹਾਂ, ਜੇ ਅੱਜ ਵੀ ਮਨੁੱਖਤਾ ਦੇ ਭਲੇ ਹੇਠ ਅਗਰਸਰ ਹੋਣ ਤੇ ਦੋ ਚੀਜ਼ਾਂ ਅਸੀਂ ਕਹਿੰਦੇ ਹਾਂ, ਕਿਸੇ ਵੀ ਇੰਸਟੀਟਿਊਸ਼ਨਸ ਨੂੰ, ਕਿਸੇ ਵੀ ਸੋਸ਼ਲ ਪੋਲੀਟੀਕਲ ਇੰਸਟੀਟਿਊਸ਼ਨ ਨੂੰ ਬਿਲਡ ਕਰਨ ਵਾਸਤੇ ਜ਼ਰੂਰੀਆਂ ਹੁੰਦੀਆਂ ਨੇ। ਨੰਬਰ 1 ਟਰਾਂਸਪੇਰੈਂਸੀ, ਜਿਹਨੂੰ ਅਸੀਂ ਕਹੀਏ ਸਾਫ਼ ਗੋਤਾ, ਪਾਰਦਰਸ਼ਤਾ, ਇਹ ਜ਼ਰੂਰੀ ਹੁੰਦੀ ਹੈ। ਹਿਡਨ ਏਜੰਡੇ ਨਾ ਸਮਾਜਾਂ ਦਾ ਭਲਾ ਕਰ ਸਕਣ ਨਾ ਕਰ ਸਕਣਗੇ। ਓਪਨਨੈਸ, ਜੋ ਹੋਏ ਬਿਲਕੁਲ ਸਾਹਮਣੇ ਹੋਏ ਬਲੈਕ ਐਂਡ ਵਾਈਟ ਦੇ ਵਿੱਚ। ਸੋ ਟਰਾਂਸਪੇਰੈਂਸੀ। ਦੂਸਰੀ ਅਕਾਊਂਟੇਬਿਲਿਟੀ। ਭਾਈ ਮੈਂ ਆ ਕਿਹਾ, ਮੈਂ ਆ ਕੀਤਾ ਹੈ, ਮੈਂ ਆ ਕਰਾਂਗਾ। ਜੋ ਪਿੱਛੇ ਕੀਤਾ ਉਹਦੇ ਵਾਸਤੇ ਅਕਾਊਂਟੇਬਲ ਹਾਂ, ਮੈਂ ਜੋਗੇ ਕਰਾਂਗਾ, ਉਹਦੇ ਲਈ ਅਕਾਊਂਟੇਬਲ ਹੋਵਾਂਗਾ। ਬਾਤ ਆਪਣੇ ਆਪ ਬਣੇਗੀ। ਲੀਡਰ ਇਹਨੂੰ ਕਹਿੰਦੇ ਨੇ। ਸੋ ਇਸ ਰੂਪ ਵਿੱਚ ਆ। ਬਾਕੀ ਇਹ ਕਿਹਾ ਜਾਏ ਕਿ ਨਹੀਂ ਫਲਾਂ ਬਿਲਕੁਲ ਮਾੜਾ ਆ, ਫਲਾਂ ਬਿਲਕੁਲ ਚੰਗਾ ਆ, ਐਸਾ ਹੋ ਜੱਜ ਕਰਨ ਵਾਲਾ ਕੌਣ ਹੁੰਦਾ ਆ? ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ। ਹੁਕਮ ਵਿੱਚ ਅਸੀਂ ਸਾਰੇ ਮੌਜੂਦ ਹਾਂ। ਜੇ ਤੁਸੀਂ ਇਸ ਤਰੀਕੇ ਨਾਲ ਦੇਖੋ, ਇੱਕ ਬੰਦਾ ਬੇਈਮਾਨੀ ਕਰਦਾ ਹੈ, ਬਿਲਕੁਲ ਠੀਕ, ਇਹ ਗਲਤ ਗੱਲ ਹੈ, ਪਰ ਕੋਈ ਉਹਨੂੰ ਬੇਈਮਾਨੀ ਕਰਨ ਦੇ ਰਿਹਾ ਹੈ, ਉਹ ਵੀ ਤਾਂ ਜ਼ਿੰਮੇਵਾਰ ਬਣਦਾ ਉੱਥੇ। ਇਹ ਦੋਨੋਂ ਚੀਜ਼ਾਂ ਨੂੰ ਇਸ ਲੈਵਲ ਤੇ ਦੇਖਿਆ ਜਾਏ। ਇੱਕ ਪਾਸੇ ਕਈਆਂ ਨੂੰ ਕਿਹਾ ਗਿਆ ਇਹ ਬਿਟਰੇਟ ਕਰ ਗਏ ਕੌਮ ਇਸ ਤਰੀਕੇ ਨਾਲ। ਭਾਈ ਕਰਨ ਕਿਹਨੇ ਦਿੱਤਾ? ਤੁਝ ਤੇ ਬਾਹਰ, ਉਹਦੇ ਹੁਕਮ ਤੋਂ ਬਾਹਰ ਤੇ ਕੁਝ ਵੀ ਨਹੀਂ। ਸੋ ਇਸ ਕਰਕੇ ਇੱਕ ਕੱਲੀ ਬਾਤ ਕਿਸੇ ਇੱਕ ਇੰਡੀਵਿਜੂਅਲ ਦੀ ਰਿਸਪੌਂਸਿਬਿਲਿਟੀ ਨਹੀਂ ਬਣਦੀ, ਇਹ ਇੱਕ ਮੁਆਸ਼ਰੇ ਚੋਂ ਨਿਕਲਦੀ ਹੈ ਚੀਜ਼, ਇੱਕ ਪੂਰੇ ਉਸ ਸਾਰੇ ਆਵਰਣ, ਉਸ ਮਾਹੌਲ ਵਿੱਚੋਂ ਨਿਕਲਦੀ ਹੈ। ਇਸ ਕਰਕੇ ਗੁਰੂ ਬਾਬਾ ਜੀ ਨੇ ਕਿਹਾ ਅਸੀਂ ਸਾਰੇ ਆਪੋ ਆਪਣਾ ਰੋਲ ਪਹਿਚਾਨੀਏ, ਤੇ ਅਸੀਂ ਪਹਿਚਾਨਦਿਆਂ ਹੋਇਆਂ ਅਹਿਸਾਸ ਕਰੀਏ ਸਭ ਕਰਨ ਕਰਾਉਣ ਵਾਲਾ ਉਹ ਆਪ ਹੈ, ਜਿਹੜਾ ਉਹਨੇ ਇਸ ਸੰਸਾਰ ਵਿੱਚ ਬਣਾ ਕੇ ਮੈਨੂੰ ਰੋਲ ਦਿੱਤਾ ਆ, ਮੈਂ ਉਹਦੀ ਸਹੀ ਤਰ੍ਹਾਂ ਪਹਿਚਾਨ ਕਰਾਂ ਤੇ ਦੂਸਰਿਆਂ ਨੂੰ ਡੈਮੋਸਟ੍ਰੇਟ ਕਰਕੇ ਵਿਖਾਵਾਂ ਮੈਂ ਇਸ ਹੁਕਮ ਦਾ ਪਾਲਕ ਹਾਂ। ਇੱਥੇ ਬਚਨ ਕਹਿੰਦੇ ਤੁਝ ਤੇ ਬਾਹਰ ਕਛੂ ਨਾ ਹੋਏ, ਤੂੰ ਕਰ ਕਰ ਵੇਖੈ ਜਾਣੈ ਸੋਏ। ਬਾਕੀ ਤੂੰ ਆਪ ਕਰ ਕਰਕੇ ਵੇਖ ਰਿਹਾ ਤੇ ਜਾਣਨ ਵਾਲਾ ਵੀ ਤੂੰ ਹੀ ਹੈ, ਤੇਰੇ ਤੋਂ ਲੁਕਿਆ ਛਿਪਿਆ ਵੀ ਕੋਈ ਨਹੀਂਗਾ। ਅਸੀਂ ਅੱਜ ਵੀ ਜੇ ਇਕੋਲੋਜੀਕਲ ਸਿਸਟਮ ਵਿੱਚ ਦੇਖੀਏ, ਈਕੋ ਸਿਸਟਮ ਜਿਹੜਾ ਸਾਡਾ ਆ, ਆਪ ਇੱਧਰ ਜੇ ਕਿਤੇ ਹਾਈਵੇ 400 ਜਾਂ 404 ਦੇ ਉੱਤੇ ਥੋੜ੍ਹਾ ਨਿਊ ਮਾਰਕੀਟ ਸਾਈਡ ਜਾਂ ਬੈਰੀ ਸਾਈਡ ਜਾਓਗੇ ਤੇ ਜਸਟ
ਵੌਨ ਦਾ ਏਰੀਆ ਕ੍ਰੋਸ ਕਰਦਿਆਂ ਨਾਲ ਥੋੜ੍ਹਾ ਅੱਗੇ ਜਾ ਕੇ ਇੱਕ ਡੀਪ ਵੈਲੀ ਆਉਂਦੀ ਹੈ, ਜਿੱਥੇ ਬਹੁਤ ਸਾਰਾ ਬੜੀ ਫਰਟਾਈਲ ਸੋਇਲ ਆ ਅਤੇ ਬੜੀ ਸਬਜ਼ੀਆਂ ਵਗੈਰਾ ਲੱਗਦੀਆਂ ਨੇ ਸਮਰ ਟਾਈਮ ਦੇ ਵਿੱਚ ਸਾਰੀਆਂ। ਇਹਦੇ ਬਾਰੇ ਜਦੋਂ ਇੱਥੇ ਲੰਘੀਦਾ ਇਕੋਲੋਜੀਕਲੀ ਪਤਾ ਲੱਗਦਾ ਕਾਫੀ ਸਮਾਂ ਪਹਿਲਾਂ ਇੱਥੋਂ ਪਾਣੀ ਦਾ ਬਹਾਵ ਅੱਗੇ ਆਇਆ। ਇੱਥੇ ਬੜੀ ਫਰਟਾਈਲ ਸੋਇਲ ਪਈ ਹੈ ਜਿਹਦਾ ਅੱਜ ਵੀ ਫਾਇਦਾ ਮਿਲ ਰਿਹਾ। ਸੋ ਇਹ ਜੇ ਕਿਤੇ ਕਿਸੇ ਕੁੱਤੇ ਕੋਈ ਚੰਗਾ ਕੰਮ ਹੋਇਆ, ਕੋਈ ਉਸ ਕਿਸਮ ਦਾ ਕਿਸੇ ਤਰੀਕੇ ਦਾ ਹੋਇਆ, ਉਹਦੀ ਵਡਿਆਈ ਸਲਾਹਤਾ ਹੋਏਗੀ ਭਾਈ। ਉਹ ਭਾਵੇਂ ਕਿਸੇ ਕਿਸੇ ਦੌਰ 'ਚ ਕਿਸੇ ਸਮੇਂ 'ਚ ਹੋਏ। ਚੰਗਿਆਈਆਂ ਕਰਦਿਆਂ, ਅੱਛਾਈਆਂ ਕਰਦਿਆਂ, ਗੁਰੂ ਬਾਬਾ ਜੀ ਨੇ ਕਿਹਾ ਸੀਗਾ ਸੱਚੇ ਮਾਰਗ ਚੱਲਦੇ ਆ ਚੱਲੇਗਾ ਤੂੰ ਉਸਤਤ ਕਰੇ ਜਹਾਨ ਲੇਟਰ ਔਰ ਸੂਨਰ। ਇਹ ਕਹਿਣਾ ਪਏਗਾ ਭਾਈ, ਆ ਵੱਡੀ ਗੱਲ ਆ, ਸੱਚੀ ਗੱਲ ਆ, ਚੰਗੀ ਗੱਲ ਹੈ। ਵਡਿਆਈ ਕਰਤਾਰ ਦੀ ਹੈ, ਪਰ ਜਿਹੜਾ ਕਰਤਾਰ ਦੀ ਵਡਿਆਈ ਦੇ 'ਚ ਆਪਣੇ ਆਪ ਨੂੰ ਲਗਾ ਕੇ ਉਸ ਜੀਵਨ ਸਫ਼ਰ ਨੂੰ ਤੈਅ ਕਰਦਾ ਹੈ, ਉਹਨੂੰ ਵੀ ਮਾਣ ਹੈ। ਇਹਨੂੰ ਅਸੀਂ ਜਿਵੇਂ ਮੈਂ ਵਿਚਾਰ ਰਿਹਾ ਸੀਗਾ ਕਿ ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ। ਉਹ ਨਿਮਾਣੇ ਅਦਨੇ ਨੂੰ ਵੀ ਮਾਣ ਦਵਾ ਦਿੰਦਾ ਹੈਗਾ। ਇੱਥੇ ਬਾਬਾ ਜੀ ਨੇ ਕਿਹਾ ਤੂੰ ਕਰ ਕਰ ਵੇਖੈ ਜਾਣੈ ਸੋਏ। ਤੂੰ ਆਪ ਕਰ ਰਿਹਾ, ਭਾਵ ਜਰਨਿਆਂ 'ਚ ਆਪ ਵਰਤ ਰਿਹਾ ਤੇ ਆਪ ਕਰ ਕਰਕੇ ਵੇਖ ਵੀ ਰਿਹਾ। ਤੇਰੇ ਤੋਂ ਕੋਈ ਚੀਜ਼ ਲੁਕੀ ਛੁਪੀ ਨਹੀਂ ਹੈ। ਆਪੇ ਕਰੇ ਕਰਾਏ ਕਰਤਾ ਗੁਰਮਤ ਆਪ ਮਿਲਾਵਣਿਆ। ਕਰਨ ਕਰਾਉਣ ਵਾਲਾ ਆਪ ਅਸਲ ਕਰਤਾ ਆ, ਡੂਅਰ ਆ। ਗੁਰਮਤ ਆਪ ਮਿਲਾਵਣਿਆ। ਗੁਰੂ ਕੀ ਮਤ ਦੇ ਜ਼ਰੀਏ ਇਸ ਸੋਚ ਲਹਿਜ਼ੇ ਨੂੰ ਜਿਹੜੀ ਬਾਤ ਉੱਤੇ ਹੋ ਰਹੀ ਹੈ ਇਹਨੂੰ ਉਹ ਮਿਲਾ ਦਿੰਦਾ, ਸਾਂਝ ਪਵਾ ਦਿੰਦਾ ਹੈਗਾ ਆ। ਇਹਦਾ 3 ਨੰਬਰ ਪਦ ਆ, ਇਹਦਾ ਲੱਭੋ ਲਬਾਬ ਜਿਹੜਾ ਉਹੀ ਨਿਕਲ ਰਿਹਾ, ਕਿਉਂਕਿ ਨਾਮ ਸੁਣ ਮਨ ਵਸਾਵਣਿਆ। ਕੁਝ ਚੀਜ਼ਾਂ ਸੁਣੀ ਦੀਆਂ ਨੇ, ਸੁਣ ਕੇ ਮੰਨ ਲਈ ਦੀਆਂ ਨੇ, ਤੇ ਮੰਨਣ ਤੋਂ ਬਾਅਦ ਪਤਾ ਲੱਗਦਾ ਇਹਦਾ ਮਾਇਨਾ ਕੀ ਹੈ। ਜਿਵੇਂ ਸਪੋਜ਼ ਕਰੋ ਸਮਾਂ ਸਮਾਪਤ ਆਲਮੋਸਟ ਸਿਰਫ ਇੱਕ ਐਗਜ਼ਾਮਪਲ ਦੇ ਕੇ ਵਾਈਂਡ ਅਪ ਕਰ ਦੇਣਾ। ਮੇਰਾ ਮਿੱਤਰ ਹੈ ਇਸ ਸ਼ਹਿਰ ਦੇ ਵਿੱਚ ਅਤੇ ਇਸ ਵਕਤ ਮੈਡੀਕਲ ਪ੍ਰੋਫੈਸ਼ਨਲ ਹੈਗਾ ਆ। ਯੰਗ ਏਜ 'ਚ ਬੋਰਨ ਬਰੌਡ ਅਪ ਕੈਨੇਡੀਅਨ ਸੀਗਾ ਇੱਥੇ। ਅਤੇ ਇੱਥੇ ਜਿਹੜੇ ਏਰੀਏ 'ਚ ਉਹ ਰਹਿੰਦੇ ਸੀਗੇ ਉੱਥੇ ਕੋਈ ਬਹੁਤ ਚੰਗਾ ਸਕੂਲ ਨਹੀਂ ਸੀਗਾ। ਹਾਈ ਸਕੂਲ ਇੱਕੋ ਹੀ ਸੀਗਾ ਅਤੇ ਉਹਦੇ 'ਚ ਵੀ ਬਹੁਤ ਲੜਾਈਆਂ ਫਸਾਦ ਹੁੰਦੇ, ਅਤੇ ਕਿਉਂਕਿ ਏਰੀਆ ਬਹੁਤਾ ਅੰਡਰ ਪਾਵਰਟੀ ਸੀਗਾ ਇਸ ਤਰੀਕੇ ਨਾਲ। ਅਤੇ ਉਹ ਜਿੱਥੇ ਫੈਕਟਰੀ 'ਚ ਕੰਮ ਕਰਦਾ ਤਾਂ ਜਾ ਕੇ ਪੁੱਛਿਆ ਉਹ ਬੇਟੇ ਨੂੰ ਗ੍ਰੇਡ 9 'ਚ ਕਿੱਥੇ ਭੇਜਿਆ। ਉਹ ਕਹਿੰਦਾ ਨਾਲ ਦਾ ਸਕੂਲ। ਕਹਿੰਦਾ ਲੈ ਉਹ ਤਾਂ ਗੈਂਗਸਟਰ ਬਣਿਆ ਕਿ ਬਣਿਆ, ਉਹ ਤਾਂ ਖਤਮ ਹੋ ਜਾਏਗਾ, ਉਹ ਤਾਂ ਬੁਰਾ ਸਭ ਇਲਤੀ ਨਿਆਣੇ ਉੱਥੇ ਬੁਰਾ ਹਾਲ ਹੈ। ਉਹ ਘਰ ਆਇਆ, ਉਹਨੇ ਆ ਕੇ ਆਪਣੇ ਬੱਚੇ ਨਾਲ ਵੀ ਗੱਲ ਕੀਤੀ ਅਤੇ ਉਹਨੂੰ ਕਿਹਾ ਵੀ ਦੇਖ ਆਪਾਂ ਤੇਰੇ ਵਾਸਤੇ ਕੋਈ ਸਕੂਲ ਹੋਰ ਲੱਭਦੇ ਆ, ਇਹ ਨਹੀਂ ਸਕੂਲ ਚੰਗਾ ਤੇਰਾ। ਉਹਨੇ ਕਿਤੇ ਆਪਣੇ ਟੀਚਰ ਨਾਲ ਗੱਲ ਕੀਤੀ ਜਾ ਕੇ, ਕਹਿੰਦਾ ਮੈਂ ਸਕੂਲ ਬਦਲ ਜਾਣਾ। ਉਹ ਟੀਚਰ ਨੇ ਨੋਟ ਲਿਖ ਕੇ ਭੇਜਿਆ ਆਪਣੇ ਡੈਡ ਨੂੰ। ਨੋਟ 'ਤੇ ਲਿਖਿਆ ਸੀਗਾ ਵੀ ਬਿਫੋਰ ਯੂ ਮੇਕ ਐਨੀ ਡਿਸੀਜਨ ਪਲੀਜ਼ ਆਈ ਵਾਂਟ ਟੂ ਮੀਟ ਯੂ ਵਨ ਟਾਈਮ। ਉਹ ਚਲਾ ਗਿਆ ਤਾਂ ਉਹ ਕਹਿੰਦਾ ਮੈਨੂੰ ਪਤਾ ਤੂੰ ਕਿਹਦੇ ਕਰਕੇ ਬੱਚੇ ਤੋਂ ਟਾਣ ਲੱਗਾ, ਪਰ ਤੈਨੂੰ ਦੱਸਾਂ ਸਾਡੀ ਸਾਰੀ ਕਲਾਸ 'ਚ ਇੱਕੋ ਬੱਚਾ ਹੈ, ਇਹਨੂੰ ਹੀ ਪੜ੍ਹਾਉਣਾ ਅਸੀਂ। ਜੋ ਬਣਾਉਣਾ ਚਾਹੁੰਦਾ ਮੈਨੂੰ ਦੱਸ ਦੇ, ਮੈਂ ਤੈਨੂੰ ਲਿਖ ਕੇ ਦੇਣਾ ਉਹੀ ਬਣਾ ਦਿਆਂਗੇ, ਘਬਰਾ ਨਾ, ਮੈਂਟਰਿੰਗ ਕਰਾਂਗੇ ਪੂਰੀ ਇਹਦੀ। ਉਹ ਕਹਿੰਦਾ ਮੈਂ ਤਾਂ ਕੋਈ ਡਾਕਟਰ ਵਗੈਰਾ ਬਣਾਉਣਾ ਚਾਹੁੰਦਾ। ਕਹਿੰਦਾ ਬਣਾ ਦਿਆਂਗੇ, ਲੈ ਇਹਦੇ 'ਚ ਕਿਹੜੀ ਗੱਲ ਹੈ। ਹਾਂ ਸਾਡੀ ਗੱਲ ਤੂੰ ਮੰਨੀ, ਅਸੀਂ ਤੇਰੀ ਮੰਨਾਂਗੇ। ਖੈਰ ਉਹਦੇ ਨਾਲ ਦੇ ਨਿਆਣੇ ਕੁਝ ਜਿਹੜਾ ਹੈਗਾ ਆ, ਕੋਈ ਉਸ ਸਮੇਂ ਕੋਈ ਛੋਟਾ ਮੋਟਾ ਕੋਈ ਪਾਰਟ ਟਾਈਮ ਜੋਬ ਕਰਦਾ ਆ, ਨਾਲ ਕੋਈ ਹੋਰ ਜਿਹੜਾ ਹੈਗਾ ਕੋਈ ਇੱਧਰ ਉੱਧਰ ਹੋਰ ਐਕਟੀਵਿਟੀਜ਼ ਇਨਵੋਲਵ ਆ, ਕੋਈ ਕੰਸਰਟ ਵੇਖਣ ਜਾਂਦਾ ਹੈ, ਕੁਛ ਉਹ ਵੀ ਜਿੱਦ ਕਰਦਾ ਮੈਂ ਜਾਣਾ। ਉਹ ਕਹਿੰਦੇ ਨਾ ਆਹ ਤੇਰਾ ਕੰਮ ਹੈ, ਸਕੂਲ ਦਾ ਕੰਮ ਕਰ, ਪਹਿਲਾਂ ਆਪਣੀ ਅਸਾਈਨਮੈਂਟ ਕਰ, ਇਸ ਤਰੀਕੇ ਨਾਲ। ਖੈਰ ਉਹ ਬੱਚੇ ਦੀ ਤੇ ਮਾਂ ਬਾਪ ਦੀ ਰਿਲੇਸ਼ਨਸ਼ਿਪ ਖਰਾਬ ਹੋ ਜਾਂਦੀ ਕਾਫੀ ਸਾਰੀ। ਉਹ ਗ੍ਰੇਡ 12 ਵੀ ਕਰ ਜਾਂਦਾ, ਮੁੜ ਕੇ ਉਹ 4 ਸਾਲ ਜਿਹੜਾ ਹੈਗਾ ਬਾਇਓਲੋਜੀ ਵਗੈਰਾ ਪੜ੍ਹ ਕੇ ਉਹ MCAT ਕਰਕੇ ਤੋਂ ਮੈਡੀਕਲ ਸਾਇੰਸ ਵਿੱਚ ਚਲਾ ਗਿਆ, ਸਭ ਕੁਛ ਹੋ ਗਿਆ। ਅਖੀਰ ਗੱਲ ਇਹ ਹੋਈ ਕਿ ਉਹ ਐਲੂਮਨਾਈ ਨਾਈਟ ਹੋਈ ਇੱਕ ਦਿਨ, ਅਤੇ ਉਹ ਸਕੂਲ ਦੇ ਬੱਚਿਆਂ ਨੂੰ ਬੁਲਾਇਆ ਉਹਨਾਂ ਉਸ ਸਾਲ, ਅਤੇ ਉਹ ਆਇਆ, ਰਹਿੰਦਾ ਕਿਤੇ ਦੂਰ ਹੈ ਹੁਣ। ਅਤੇ ਉਹ ਜਦੋਂ ਆਇਆ ਉੱਥੇ ਤੇ ਆ ਕੇ ਜਦੋਂ ਮਿਲਿਆ ਤੇ ਉਸ ਸਮੇਂ ਦੇ ਜਿਹੜੇ ਉਹਦੇ ਸਹਿਪਾਠੀ ਸੀਗੇ ਸਾਰੇ, ਕੋਈ ਹੈਂਡੀਮੈਨ ਬਣਿਆ, ਕੋਈ ਵੈਸੇ ਹੀ ਫੇਲ ਹੋ ਗਿਆ, ਕੋਈ TTC 'ਚ ਬੱਸ ਚਲਾ ਰਿਹਾ, ਇਸ ਕਿਸਮ ਦੇ ਨਾਲ। ਉਹ ਸਾਰਿਆਂ ਨੂੰ ਵੇਖ ਕੇ ਉੱਥੇ ਹਾਲ ਇਹ ਹੋਇਆ ਕਿ ਹਾਲਾਂਕਿ ਉਹ ਪ੍ਰੋਗਰਾਮ ਤੇ ਸੀਗਾ 9 ਤੋਂ 12 ਦਾ, ਤੇ ਉਹ ਆ ਕੇ 9:30 ਨਹੀਂ ਹੋਏ ਨੇ, ਘਰ ਦੀ ਬੈਲ ਕਰਤੀ ਉਹਨੇ ਆ ਕੇ। ਮਾਂ ਬਾਪ ਨਾਲ ਹੀ ਰਹਿੰਦੇ ਸਕੂਲ ਦੇ ਨੇੜੇ ਪੁਰਾਣੇ ਉਸੇ ਘਰ ਦੇ 'ਚ। ਤੇ ਉਹ ਮਾਂ ਨੇ ਦਰਵਾਜ਼ਾ ਖੋਲ੍ਹਿਆ ਕਿ ਤੇਰਾ ਤੇ ਇੱਥੇ ਫੰਕਸ਼ਨ ਸੀਗਾ, ਤੂੰ ਕਹਿੰਦਾ ਸੀਗਾ ਕਿ 12 ਵਜੇ ਤੱਕ ਮੈਂ ਰਹਿਣਾ। ਉਹ ਜੇ ਪੁੱਛ ਰਹੀ ਹੈ ਤਾਂ ਲੰਮਾ ਪੈ ਗਿਆ ਮਾਂ ਦੇ ਸਾਹਮਣੇ ਪੈਰ ਫੜ ਕੇ। ਉਹ ਕਹਿੰਦੀ ਕੀ ਹੋਇਆ, ਰੋਣ ਲੱਗ ਗਿਆ, ਬਾਹਾਂ ਤੋਂ ਫੜਿਆ। ਉਹ ਡੈਡ ਆ ਗਿਆ ਭੱਜ ਕੇ, ਹੋਇਆ ਕਿਉਂ, ਰੋਣ ਕਿਉਂ ਦਿਓ, ਕੁੱਟ ਕੇ ਹੱਗ ਕੀਤਾ। ਉਹ ਕੀ ਦੱਸ ਤੇ ਸਹੀ ਹੋਇਆ ਕੀ। ਕਹਿੰਦਾ ਹੋਇਆ ਕੀ, ਅੱਜ ਪਤਾ ਲੱਗਾ ਵਟ ਯੂ ਹੈਵ ਡਨ, ਅਦਰਵਾਈਜ਼ ਅੱਜ ਤੱਕ ਮੈਂ ਤੇ ਇਹੀ ਸੋਚਦਾ ਸੀਗਾ ਕਿ ਤੁਹਾਡੇ ਵਰਗੇ ਵਰਸ ਮਾਂ ਬਾਪ ਨਹੀਂ ਹੋ ਸਕਦੇ। ਸੋ ਐਕਚੁਅਲ ਲੈਵਲ ਤੇ ਕਰਤਾਰ ਵੀ ਸਾਡਾ ਸਭ ਦਾ ਮਾਂ ਬਾਪ ਹੈ। ਦੁੱਖ ਤਕਲੀਫਾਂ ਵੇਦਨ ਪੀੜਾ ਸਾਨੂੰ ਕੋਈ ਜੀਵਨ ਦਾ ਲਹਿਜ਼ਾ ਦਿੰਦੇ ਨੇ। ਸਾਹਿਬ ਕਹਿੰਦੇ ਨਾ
ਨਾਮ ਸੁਣ ਮਨ ਵਸਾਵਣਿਆ, ਇਹ ਹੈ। ਤੁਸੀਂ ਕੁਛ ਚੰਗੇਰੇ ਉਪਦੇਸ਼ ਨੂੰ ਸੁਣੋ, ਸੁਣ ਕੇ ਜ਼ਮੀਰ ਪ੍ਰਸਤ ਹੋ, ਜ਼ਮੀਰ ਫਰੋਸ਼ ਨਾ ਹੋ, ਉਹਨੂੰ ਮੰਨੋ। ਇਹਦਾ ਫਿਰ ਜਿਹੜੀ ਪ੍ਰਾਪਤੀ ਹੈ ਉਹ ਲੌਂਗ ਰਨ ਵਿੱਚ ਹੈ। ਲੋਕ ਵੀ ਸੁਧਰੇਗਾ, ਪਰ ਲੋਕ ਵੀ ਸੁਧਰੇਗਾ। ਰਹਿੰਦੇ ਸ਼ਬਦਾਂ 'ਚ ਦੀ ਵਿਵੇਚਨਾ ਆਉਂਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਸਮਾਪਤੀ ਹੈ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।